हुण असीं अगे चलने में ते आर्टिकल जिहड़ा है वो सफीर रामा जी पढ़नगे। ते सफीर रामा जी भी जिहड़े ने वो सारे जानते ने, किसी तारफ के मोहताज नहीं है। उन्हां दी जिहड़ी सब तो ज्यादा जिहड़ी उन्हां दी शोहरत दा बायस है वो उन्हां दी अपना दी पंजाबी वैबसाइट है, जिहदे तो सारे ही किताबां लैंदे ने ते पढ़दे ने ते सारा कुछ करदे ने। ते इन्हां दा एक बहुत वड्डा काम है। ਇਹਦੇ ਇਲਾਵਾ ਸਾਂਝ ਰਸਾਲਾ ਵੀ ਕੱਢ ਰਹੇ ਨੇ ਤੇ ਪੰਜਾਬੀ ਪਿਆਰੇ ਨੇ। ਤੇ ਜੀ ਹੁਣ ਪੰਜਾਬੀ ਪਿਆਰੇ ਜਿਹੜੇ ਨੇ ਉਹ ਹੁਣ ਸਾਨੂੰ ਆਪਣਾ ਆਰਟੀਕਲ ਜਿਹੜਾ ਹੈ ਉਹ ਸਰਮਾ ਜੀ ਦੀ ਇਜਾਜ਼ਤ ਦੇ ਨਾਲ ਜ਼ਰੂਰ ਜੀ। ਪ੍ਰਧਾਨ ਜੀ ਦੀ ਇਜਾਜ਼ਤ ਵੀ ਤੇ ਨਾਲੇ ਮੈਂ ਉਹਨਾਂ ਦੀ ਤਸੱਲੀ ਵਾਸਤੇ ਇਹ ਵੀ ਕਹਿ ਦਿਆਂ ਕਿ ਨਿੱਕੀ ਜਿਹੀ ਲਿਖਤ ਤੇ 15 ਮਿੰਟਾਂ ਵਿੱਚ ਪੜੀ ਜਾਏਗੀ, ਕਾਹਲਾ ਪੈਣ ਦੀ ਲੋੜ ਨਹੀਂ। ਨਹੀਂ ਉਹ ਡਿਊਰੇਸ਼ਨ ਦਾ ਮਸਲਾ ਨਹੀਂ ਸੀ ਜੀ, ਉਹ ਸੀ ਕਿ ਉਹ ਇੰਨੀ ਫਿਲੋਸੋਫੀਕਲ ਔਰ ਡੀਪ ਔਰ ਪ੍ਰੋਫਾਊਂਡ ਹੋਣੀ ਹੈ ਕਿ ਉਹਦਾ ਅਸਰ ਜਿਹੜਾ ਉਹ ਕਈ ਸਾਲਾਂ ਤੱਕ ਰਹਿਣਾ ਹੈ। ਉਹਦੀ ਡਿਊਰੇਸ਼ਨ ਦੀ ਗੱਲ ਕਰ ਰਿਹਾ। ਨਹੀਂ ਛੋਟੀ ਜਿਹੀ ਲਿਖਤ ਹੈ, ਐਵੇਂ ਦੋ ਚਾਰ ਗੱਲਾਂ ਵੱਲ ਇਸ਼ਾਰਾ ਕਰਨ ਵਾਸਤੇ ਲਿਖੀ ਗਈ ਹੈ। ਤੇ ਇਹਦਾ ਸਰਨਾਮਾ ਹੈ ਵੰਡ ਦੇ ਬਲਵਿਆਂ ਦਾ ਜ਼ਿੰਮੇਦਾਰ ਕੌਣ। ਵਾਹ ਪੰਜਾਬ ਜੀ। ਪ੍ਰਧਾਨ ਜੀ ਤੁਹਾਡੀ ਇਜਾਜ਼ਤ ਤੋਂ ਮੈਂ ਸ਼ੁਰੂ ਕਰਾਂ। ਜੀ ਜੀ ਜੀ। ਪੰਜਾਬ ਦੇ ਬਟਵਾਰੇ ਵੇਲੇ ਹੋਣ ਵਾਲੇ ਬਲਵਿਆਂ ਤੇ ਜਿਨ੍ਹਾਂ ਵਿੱਚ ਕੋਈ 10 ਲੱਖ ਦੇ ਨੇੜੇ ਪੰਜਾਬੀ ਮਾਰੇ ਗਏ ਤੇ 1.5 ਕਰੋੜ ਘਰੋਂ ਬੇਘਰ ਹੋਏ, ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ। ਕਾਟ ਕੱਢਣ ਵਾਲਿਆਂ ਰੱਜ ਫੁੱਲਾਪਾਲੀ ਕੀਤੀ ਹੈ, ਪਰ ਹਾਲੀ ਤੱਕ ਇਹ ਤੈਅ ਨਹੀਂ ਹੋਇਆ ਕਿ ਪੰਜਾਬ ਦਾ ਅਮਨ ਬਰਬਾਦ ਕਰਨ ਦੇ ਅਸਲ ਮੁਜਰਮ ਕੌਣ ਸਨ ਤੇ ਇੰਨੇ ਵੱਡੇ ਜਾਨੀ ਤੇ ਮਾਲੀ ਨੁਕਸਾਨ ਦਾ ਭਾਰ ਕਿਹਨਾਂ ਦੇ ਮੋਢਿਆਂ ਤੇ ਹੈ। ਸਨ 45-46 ਦੀਆਂ ਚੋਣਾਂ ਤੱਕ ਪਿਛਲੇ ਸੈਂਕੜਾਂ ਵਰ੍ਹਿਆਂ ਤੋਂ ਪੰਜਾਬ ਦੇ ਵਸਨੀਕਾਂ ਦੇ ਆਪਸ ਵਿੱਚ ਧਰਮ ਦੇ ਨਾਮ ਤੇ ਦੰਗੇ ਫਸਾਦ ਨਹੀਂ ਸਨ ਹੋਏ। ਫਿਰ ਅਚਨਚੇਤ ਵੰਡ ਦੇ ਨੇੜੇ ਜਾ ਕੇ ਪੰਜਾਬੀ ਇੱਕ ਦੂਜੇ ਦੀ ਜਾਨ ਦੇ ਵੈਰੀ ਕਿਉਂ ਹੋ ਗਏ। ਇਸ ਦੇ ਅਸਲ ਸਬਬ ਦਾ ਖੁਰਾ ਲਾਉਣ ਲਈ ਸਾਨੂੰ ਇਹ ਲੱਭਣਾ ਪਵੇਗਾ ਕਿ ਪੰਜਾਬ ਵਿੱਚ ਨਫ਼ਰਤ ਤੇ ਕ੍ਰੋਧ ਦਾ ਉਹ ਜ਼ਹਿਰ ਕਿੱਥੋਂ ਤੇ ਕਿਵੇਂ ਆਇਆ ਜਿਹੜਾ ਪੰਜਾਬ ਵਿੱਚ ਧਰਮੀ ਫਸਾਦ ਦਾ ਸਬਬ ਬਣਿਆ। ਇਹ ਅੱਗ ਕਿਵੇਂ ਲੱਗੀ ਤੇ ਵੇਲੇ ਸਿਰ ਬੁਝਾਈ ਕਿਉਂ ਨਾ ਗਈ। ਸਾਨੂੰ ਉੱਥੇ ਤੀਕ ਜਾਣਾ ਪਵੇਗਾ ਜਿੱਥੇ ਜਾਂਦਿਆਂ ਸਾਡੇ ਪੈਰ ਸੜਦੇ ਨੇ। ਲੋੜ ਤੇ ਇਸ ਗੱਲ ਦੀ ਹੈ ਕਿ ਵੰਡ ਵੇਲੇ ਪੰਜਾਬ ਤੇ ਜੋ ਬੀਤੀ ਉਸ ਦੇ ਸਾਰੇ ਖਿਲਾਰ ਨੂੰ ਬੜੇ ਧਿਆਨ ਨਾਲ ਵੇਖਿਆ ਜਾਏ, ਪਰ ਇਸ ਨਿੱਕੀ ਜਿਹੀ ਲਿਖਤ ਵਿੱਚ ਕੁਝ ਮੋਟੀਆਂ ਗੱਲਾਂ ਦਾ ਹੀ ਜ਼ਿਕਰ ਹੋ ਸਕਦਾ ਹੈ। ਸਨ 45-46 ਤੱਕ ਪੰਜਾਬ ਦੇ ਅੰਦਰ ਦੀ ਸਿਆਸਤ ਇੰਝ ਸੀ ਕਿ 1923 ਵਿੱਚ ਮੀਆਂ ਫਜ਼ਲ ਹੁਸੈਨ ਨੇ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਦਾ ਮੁੱਢ ਬੱਝਾ। ਯੂਨੀਅਨਿਸਟ ਪਾਰਟੀ ਦੇ ਝੰਡੇ ਹੇਠ ਪੰਜਾਬ ਦੇ 3 ਵੱਡੇ ਧਰਮਾਂ ਦਾ ਏਕਾ ਸੀ। ਮੀਆਂ ਫਜ਼ਲ ਹੁਸੈਨ, ਸਰ ਛੋਟੂ ਰਾਮ, ਸਰ ਸਿਕੰਦਰ ਹਯਾਤ, ਖਿਜ਼ਰ ਹਯਾਤ ਟਵਾਣਾ ਤੇ ਯੂਨੀਅਨਿਸਟ ਪਾਰਟੀ ਦੇ ਹੋਰ ਸਾਰੇ ਵੱਡੇ ਆਗੂ ਪੰਜਾਬੀਅਤ ਤੇ ਵੀ ਪੂਰਾ ਵਿਸ਼ਵਾਸ ਰੱਖਦੇ ਸਨ। ਸਨ 23 ਤੋਂ ਲੈ ਕੇ ਸਨ 46 ਤੱਕ ਪੰਜਾਬ ਤੇ ਯੂਨੀਅਨਿਸਟ ਪਾਰਟੀ ਛਾਈ ਰਹੀ। ਇਸ ਸਾਰੇ ਦੌਰ ਵਿੱਚ ਕਾਂਗਰਸ ਤੇ ਮੁਸਲਿਮ ਲੀਗ ਨੂੰ ਪੰਜਾਬ ਵਿੱਚ ਪੈਰ ਟਿਕਾਣ ਦੀ ਬਹੁਤੀ ਥਾਂ ਨਹੀਂ ਮਿਲੀ। ਸਨ 37 ਦੀਆਂ ਚੋਣਾਂ ਤੋਂ ਚੰਦ ਮਹੀਨੇ ਪਹਿਲਾਂ ਪੰਜਾਬ ਨਾਲ ਇੱਕ ਵੱਡਾ ਹਾਦਸਾ ਹੋਇਆ ਕਿ ਮੀਆਂ ਫਜ਼ਲ ਹੁਸੈਨ ਫੌਤ ਹੋ ਗਏ। ਨਹੀਂ ਤੇ ਇਸ ਗੱਲ ਦਾ ਪੱਕ ਸੀ ਕਿ ਉਹਨਾਂ ਪੰਜਾਬ ਦਾ ਵਜ਼ੀਰ ਆਲਾ ਬਣਨਾ ਸੀ ਤੇ ਫਿਰ ਸਾਰੀ ਹਿੰਦੁਸਤਾਨ ਦੀ ਸਿਆਸਤ ਦਾ ਕੁਝ ਹੋਰ ਹੀ ਰੁਖ ਹੋਣਾ ਸੀ। ਵੰਡ ਵੇਲੇ ਹਿੰਦੁਸਤਾਨ ਦੀ ਸਿਵਲ ਸਰਵਿਸ ਦੇ ਆਲਾ ਅਫਸਰ ਪੈਂਡਰਲ ਮੂਨ ਆਪਣੀ ਕਿਤਾਬ ਡਿਵਾਈਡ ਐਂਡ ਰੂਲ ਵਿੱਚ ਲਿਖਦੇ ਨੇ, ਕੋਟ, ਜੇ ਤਕਦੀਰ ਵੱਲੋਂ 1936 ਵਿੱਚ ਪੰਜਾਬ ਦੇ ਮਹਾਨ ਮੁਸਲਮਾਨ ਲੀਡਰ ਸਰ ਫਜ਼ਲ ਹੁਸੈਨ ਦੇ ਸਿਰਫ 59 ਸਾਲ ਦੀ ਉਮਰ ਵਿੱਚ ਫੌਤ ਹੋਣ ਦਾ ਹਾਦਸਾ ਨਾ ਹੋ ਜਾਂਦਾ ਤੇ ਜਿਨ੍ਹਾਂ ਹੋਰਾਂ ਨੂੰ ਕਦੇ ਇਹ ਮੌਕਾ ਨਹੀਂ ਸੀ ਮਿਲਣਾ ਕਿ ਉਹ ਹਿੰਦੁਸਤਾਨ ਦੇ ਸਾਰੇ ਮੁਸਲਮਾਨਾਂ ਦੇ ਪ੍ਰਧਾਨ ਬਣ ਜਾਂਦੇ ਤੇ ਉਹਨਾਂ ਸਭ ਨੂੰ ਪਾਕਿਸਤਾਨ ਬਣਾਉਣ ਦੇ ਮੁੱਦੇ ਤੇ ਇਕੱਠਾ ਕਰ ਲੈਂਦੇ। ਉਹ ਹਿੰਦੁਸਤਾਨ ਦੇ ਸਾਰੇ ਸਰ ਫਜ਼ਲ ਹੁਸੈਨ ਨੇ ਯੂਨੀਅਨਿਸਟ ਪਾਰਟੀ ਦੀ ਨੀਂਹ ਰੱਖੀ ਸੀ। ਉਹ ਨਾ ਸਿਰਫ ਇੱਕ ਪੱਕਾ ਮੁਸਲਮਾਨ ਤੇ ਪੱਕਾ ਪੰਜਾਬੀ ਸੀ, ਸਗੋਂ ਉਸਨੂੰ ਪੰਜਾਬੀਅਤ ਤੇ ਪੂਰਾ ਮਾਣ ਵੀ ਸੀ। ਜਿਨ੍ਹਾਂ ਵਾਂਗੂ ਉਹ ਵੀ ਖਰਾ ਤੇ ਸੁੱਚਾ ਬੰਦਾ ਸੀ ਅਤੇ ਆਪਣੀ ਕਾਬਲੀਅਤ, ਤਗੜੇ ਕਿਰਦਾਰ ਤੇ ਚੰਗੀ ਸ਼ੋਹਰਤ ਵਿੱਚ ਜਿਨ੍ਹਾਂ ਨਾਲੋਂ ਵੀ ਇੱਕ ਕਦਮ ਅੱਗੇ ਸੀ। ਜੇ ਉਹ ਆਪਣੇ ਵੇਲੇ ਤੋਂ ਪਹਿਲਾਂ ਫੌਤ ਹੋਣ ਦੀ ਥਾਂ ਹੋਰ 10 ਸਾਲ ਯੂਨੀਅਨਿਸਟ ਪਾਰਟੀ ਦਾ ਪ੍ਰਧਾਨ ਰਹਿੰਦਾ ਤੇ ਉਸ ਦੀ ਥਾਂ ਉਸ ਤੋਂ ਮਾਠੇ ਆਗੂ ਨਾ ਲੈ ਲੈਂਦੇ ਤੇ ਜਿਨ੍ਹਾਂ ਨੂੰ ਸਾਰੇ ਪੰਜਾਬੀ ਮੁਸਲਮਾਨਾਂ ਦੀ ਪ੍ਰਧਾਨਗੀ ਲੱਭਣੀ ਸੀ ਤੇ ਨਾ ਹੀ ਉਸਨੇ ਐਸਾ ਯਤਨ ਕਰਨਾ ਸੀ। ਪਾਕਿਸਤਾਨ
ਵਿਦਿਆਰਥੀਆਂ ਦਾ ਖਾਬ ਬਣ ਕੇ ਰਹਿ ਜਾਣਾ ਸੀ, ਪਰ ਤਕਦੀਰ ਨੇ ਕੋਈ ਹੋਰ ਹੀ ਫੈਸਲਾ ਕੀਤਾ। ਉਹ ਸਰ ਫਜ਼ਲ ਹਸਨ ਨੂੰ ਰਾਹ ਚੋਂ ਹਟਾ ਕੇ ਜਿਨ੍ਹਾਂ ਨੂੰ ਮੌਕਾ ਦੇ ਦਿੱਤਾ। ਅਨਕੋਟ। ਸਨ 37 ਦੀਆਂ ਚੋਣਾਂ ਵਿੱਚ ਪੰਜਾਬ ਤੋਂ ਯੂਨੀਅਨਿਸਟ ਪਾਰਟੀ ਨੂੰ 98 ਤੇ ਮੁਸਲਿਮ ਲੀਗ ਨੂੰ ਸਿਰਫ 2 ਸੀਟਾਂ ਮਿਲੀਆਂ ਸਨ। ਸਰ ਸਿਕੰਦਰ ਹਯਾਤ ਜਿਹੜੇ ਫਜ਼ਲ ਹੁਸੈਨ ਦੇ ਬਾਅਦ ਯੂਨੀਅਨਿਸਟ ਪਾਰਟੀ ਦੇ ਪ੍ਰਧਾਨ ਬਣੇ, ਉਹਨਾਂ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਦੀ ਹਕੂਮਤ ਬਣਾਈ। 1942 ਵਿੱਚ ਸਰ ਸਿਕੰਦਰ ਦੇ ਫੌਤ ਹੋਣ ਮਗਰੋਂ ਖਿਜ਼ਰ ਹਯਾਤ ਟਵਾਣਾ ਨੇ ਉਹਨਾਂ ਦੀ ਥਾਂ ਸੰਭਾਲ ਲਈ। ਇਹਨਾਂ ਦੋਹਾਂ ਨੇ ਇਹ ਪਾਲਿਸੀ ਅਪਣਾਈ ਕਿ ਪੂਰੇ ਹਿੰਦੁਸਤਾਨ ਦੀ ਪੱਧਰ ਤੇ ਮਰਕਜ਼ ਵਿੱਚ ਯੂਨੀਅਨਿਸਟ ਪਾਰਟੀ ਦੇ ਮੁਸਲਮਾਨ ਮੈਂਬਰ ਮੁਸਲਿਮ ਲੀਗ ਦਾ ਹੱਥ ਬਣਾਉਣਗੇ, ਪਰ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਦੇ ਪ੍ਰੋਗਰਾਮ ਤੇ ਚੱਲਣਗੇ। ਅਸਲ ਵਿੱਚ ਗੱਲ ਇਹ ਸੀ ਕਿ ਮੁਸਲਿਮ ਲੀਗ ਨੂੰ ਪੰਜਾਬ ਵਿੱਚ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦਾ ਏਕਾ ਵਾਰਾ ਨਹੀਂ ਸੀ ਖਾਂਦਾ। ਮੁਸਲਿਮ ਲੀਗ ਦੀ ਸਿਆਸਤ ਦੀ ਤੇ ਨੀਂਹ ਧਰਮ ਉੱਤੇ ਸੀ। ਪਾਕਿਸਤਾਨ ਦੀ ਮੰਗ ਨੂੰ ਤਗੜਾ ਕਰਨ ਲਈ ਇਸ ਚੀਜ਼ ਦੀ ਲੋੜ ਸੀ ਕਿ ਪੰਜਾਬੀ ਮੁਸਲਮਾਨ ਵੀ ਮੁਸਲਿਮ ਲੀਗ ਵਿੱਚ ਸ਼ਾਮਲ ਹੋ ਜਾਣ, ਤਾਂ ਜੇ ਇਸ ਗੱਲ ਵਿੱਚ ਕੋਈ ਸ਼ੱਕ ਬਾਕੀ ਨਾ ਰਹੇ ਕਿ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਮੁਸਲਿਮ ਲੀਗ ਨਾਲ ਸਹਿਮਤ ਨੇ। ਜਿਨ੍ਹਾਂ ਨੇ ਫਜ਼ਲ ਹੁਸੈਨ ਦੇ ਮਰਨ ਤੋਂ ਕੁਝ ਚਿਰ ਪਹਿਲਾਂ ਲਾਹੌਰ ਵਿੱਚ ਉਹਨਾਂ ਨਾਲ ਮੁਲਾਕਾਤ ਕਰਕੇ ਮੁਸਲਿਮ ਲੀਗ ਨਾਲ ਰਲਣ ਦੀ ਦਾਵਤ ਦਿੱਤੀ ਸੀ, ਪਰ ਫਜ਼ਲ ਹੁਸੈਨ ਨੇ ਕੋਰਾ ਜਵਾਬ ਦੇ ਦਿੱਤਾ ਸੀ। ਸਿਕੰਦਰ ਹਯਾਤ ਜਿਨ੍ਹਾਂ ਦੇ ਦਬਾਅ ਦਾ ਮੁਕਾਬਲਾ ਕਰਨ ਯੋਗ ਨਹੀਂ ਸੀ ਅਤੇ ਉਹਨੇ ਜਿਨ੍ਹਾਂ ਨਾਲ ਮੁਆਹਦਾ ਕਰ ਲਿਆ ਕਿ ਉਹ ਹਿੰਦੁਸਤਾਨ ਦੀ ਪੱਧਰ ਦੇ ਮਾਮਲਿਆਂ ਵਿੱਚ ਜਿਨ੍ਹਾਂ ਦੀ ਗੱਲ ਮੰਨਣਗੇ। ਇਸ ਮਾਮਲੇ ਵਿੱਚ ਇਹ ਵੀ ਸ਼ੱਕ ਸ਼ਾਮਿਲ ਸੀ ਕਿ ਜਿਨ੍ਹਾਂ ਪੰਜਾਬ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਕਰਨਗੇ। ਸਿਕੰਦਰ ਹਯਾਤ ਦੇ ਮਰਨ ਪਿੱਛੋਂ ਖਿਜ਼ਰ ਹਯਾਤ ਟਵਾਣਾ ਵੀ ਇਸ ਮੁਆਹਦੇ ਤੇ ਅਮਲ ਕਰਦੇ ਰਹੇ, ਪਰ ਜਿਵੇਂ ਜਿਵੇਂ ਮੁਸਲਿਮ ਲੀਗ ਦਾ ਪਾਕਿਸਤਾਨ ਦਾ ਮੁਤਾਲਬਾ ਜ਼ੋਰ ਫੜਦਾ ਗਿਆ, ਉਵੇਂ ਜਿਨ੍ਹਾਂ ਦੀ ਪੰਜਾਬ ਦੇ ਮੁਸਲਮਾਨਾਂ ਨੂੰ ਮੁਸਲਿਮ ਲੀਗ ਵਿੱਚ ਰਲਾਉਣ ਦੀ ਲੋੜ ਵੱਧਦੀ ਗਈ। ਸਨ 43 ਤੋਂ ਜਿਨ੍ਹਾਂ ਨੇ ਖਿਜ਼ਰ ਹਯਾਤ ਟਵਾਣਾ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਅਸੈਂਬਲੀ ਦੇ ਮੁਸਲਮਾਨ ਮੈਂਬਰ ਜੋ ਹੁਣ ਤੱਕ ਮੁਸਲਿਮ ਲੀਗ ਤੇ ਯੂਨੀਅਨਿਸਟ ਦੋਹਾਂ ਪਾਰਟੀਆਂ ਦੇ ਮੈਂਬਰ ਖਵਾਉਂਦੇ ਸੀ, ਆਪਣੇ ਆਪ ਨੂੰ ਸਿਰਫ ਮੁਸਲਿਮ ਲੀਗ ਦਾ ਮੈਂਬਰ ਆਖਣ ਤੇ ਖਿਜ਼ਰ ਹਯਾਤ ਦੀ ਵਜ਼ਾਰਤ ਵੀ ਯੂਨੀਅਨਿਸਟ ਪਾਰਟੀ ਦੀ ਹਕੂਮਤ ਦੀ ਥਾਂ ਨਾ ਬਦਲ ਕੇ ਮੁਸਲਿਮ ਲੀਗ ਕੋਲੀਸ਼ਨ ਹਕੂਮਤ ਪਖਵਾਉਣਾ ਸ਼ੁਰੂ ਕਰ ਦੇ। ਪੰਜਾਬ ਤੇ ਮੁਸਲਿਮ ਲੀਗ ਦੀ ਹਕੂਮਤ ਬਣਾਉਣਾ ਜਿਨ੍ਹਾਂ ਦੀ ਸਿਆਸੀ ਲੋੜ ਸੀ, ਪਰ ਖਿਜ਼ਰ ਹਯਾਤ ਟਵਾਣਾ ਨੂੰ ਪਤਾ ਸੀ ਕਿ ਇਸ ਦਾ ਮਤਲਬ ਯੂਨੀਅਨਿਸਟ ਪਾਰਟੀ ਦੇ ਸਿੱਖ ਤੇ ਹਿੰਦੂ ਮੈਂਬਰਾਂ ਅਤੇ ਸਾਰੇ ਗੈਰ ਮੁਸਲਿਮ ਪੰਜਾਬੀਆਂ ਨੂੰ ਨਾਰਾਜ਼ ਕਰਨਾ ਤੇ ਪੰਜਾਬ ਦੇ ਵਿੱਚ ਸਾਰੇ ਧਰਮਾਂ ਦਾ ਏਕਾ ਮੁਕਾਉਣਾ ਸੀ। ਉਸ ਜਿਨ੍ਹਾਂ ਦੀ ਗੱਲ ਨਾ ਮੰਨੀ, ਉਸ ਨੂੰ ਪੰਜਾਬ ਮੁਸਲਿਮ ਲੀਗ ਦਾ ਪ੍ਰਧਾਨ ਬਣਾਉਣ ਦਾ ਲਾਲਚ ਦਿੱਤਾ ਗਿਆ, ਜਿਸ ਪੰਜਾਬ ਬਣਨ ਦੇ ਬਾਅਦ ਉਸ ਨੂੰ ਬਹੁਤ ਫਾਇਦਾ ਦੇਣਾ ਸੀ, ਪਰ ਉਹ ਫਿਰ ਵੀ ਰਾਜ਼ੀ ਨਾ ਹੋਇਆ। ਅਪ੍ਰੈਲ ਸਨ 44 ਦਾ ਸਾਰਾ ਮਹੀਨਾ ਜਿਨ੍ਹਾਂ ਲਾਹੌਰ ਵਿੱਚ ਖਿਜ਼ਰ ਹਯਾਤ ਟਵਾਣਾ ਤੇ ਯੂਨੀਅਨਿਸਟ ਪਾਰਟੀ ਦੇ ਦੂਜੇ ਆਗੂਆਂ ਨੂੰ ਮਨਾਉਣ ਦਾ ਯਤਨ ਕਰਦਾ ਰਿਹਾ। ਅਖੀਰ 27 ਮਈ ਨੂੰ ਉਸ ਖਿਜ਼ਰ ਹਯਾਤ ਟਵਾਣਾ ਨੂੰ ਮੁਸਲਿਮ ਲੀਗ ਤੋਂ ਕੱਢ ਦਿੱਤਾ ਤੇ ਆਪਣੀਆਂ ਤਕਰੀਰਾਂ ਵਿੱਚ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਮੁਸਲਮਾਨਾਂ ਦਾ ਗੱਦਾਰ ਹੋਣ ਦਾ ਖਿਤਾਬ ਦੇਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆ ਗਈ ਕਿ ਪੰਜਾਬ ਵਿੱਚ ਧਰਮਾਂ ਦੇ ਏਕੇ ਨੂੰ ਮੁਸਲਿਮ ਲੀਗ ਤੇ ਜਿਨ੍ਹਾਂ ਪਾਕਿਸਤਾਨ ਬਣਾਉਣ ਦੀ ਰਾਹ ਵਿੱਚ ਰੋੜਾ ਸਮਝਦੇ ਸਨ। ਪਾਕਿਸਤਾਨ ਦੀ ਰਾਹ ਪੱਧਰੀ ਕਰਨ ਲਈ ਉਹ ਪੰਜਾਬ ਵਿੱਚ ਬਦਅਮਨੀ ਫੈਲਾਉਣ ਲਈ ਵੀ ਤਿਆਰ ਸਨ। ਉਸ ਦੇ ਬਾਅਦ ਮੁਸਲਿਮ ਲੀਗ ਨੇ ਪੰਜਾਬ ਵਿੱਚ ਜਿਹੜੀ ਸਿਆਸੀ ਲੜਾਈ ਲੜੀ, ਉਸ ਦਾ ਇਹੋ ਨਤੀਜਾ ਨਿਕਲਿਆ ਕਿ ਪੰਜਾਬ ਵਿੱਚ ਧਰਮ ਦੇ ਨਾਂ ਤੇ ਡੂੰਘੇ ਪਾੜ ਪੈ ਗਏ। ਸਨ 45-46 ਦੀਆਂ ਚੋਣਾਂ ਤੋਂ ਪਹਿਲਾਂ ਹੀ ਯੂਨੀਅਨਿਸਟ ਪਾਰਟੀ ਦੇ ਮੁਸਲਮਾਨ ਮੈਂਬਰਾਂ ਨੂੰ ਤੋੜ ਕੇ ਮੁਸਲਿਮ ਲੀਗ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਸਨ। ਯੂਨੀਅਨਿਸਟ ਪਾਰਟੀ ਦੇ 3 ਆਗੂ ਸਰਦਾਰ ਸ਼ੌਕਤ ਹਯਾਤ, ਇਫਤਾਰ ਹਸਨ ਮਮਦੂਰ ਤੇ ਮੁਮਤਾਜ਼ ਦੌਲਤਾਨਾ ਚੋਣਾਂ ਤੋਂ ਪਹਿਲਾਂ ਯੂਨੀਅਨਿਸਟ ਪਾਰਟੀ ਛੱਡ ਕੇ ਮੁਸਲਿਮ ਲੀਗ ਵਿੱਚ ਰਲ ਗਏ ਸਨ। ਪੰਜਾਬੀ ਮੁਸਲਮਾਨਾਂ ਨੂੰ ਵੀ ਪਾਕਿਸਤਾਨ ਦੇ ਨਾਅਰੇ ਦੀ ਡਾਢੀ ਖਿੱਚ ਪੈਣ ਲੱਗ ਪਈ ਸੀ। ਮੁਸਲਿਮ ਲੀਗ ਨੇ ਇਹਨਾਂ ਚੋਣਾਂ ਨੂੰ ਪਾਕਿਸਤਾਨ ਦੇ ਮਸਲੇ ਤੇ ਲੜਨ ਦਾ ਫੈਸਲਾ ਕੀਤਾ। ਪੰਜਾਬ ਵਿੱਚ ਮੁਸਲਿਮ ਲੀਗ ਨੇ ਆਪਣੀ ਇਲੈਕਸ਼ਨ ਮੁਹਿੰਮ ਨੂੰ ਖੁੱਲ੍ਹਾ ਫਿਰਕਾਵਾਰੀਅਤ ਦਾ ਰੰਗ ਦੇ ਦਿੱਤਾ। ਜਿਨ੍ਹਾਂ ਨੂੰ ਇਹ ਮਸ਼ਵਰਾ ਦਿੱਤਾ ਗਿਆ ਸੀ ਕਿ ਪੰਜਾਬ ਵਿੱਚ ਮੁਸਲਮਾਨਾਂ ਦੇ ਵੋਟ ਲੈਣ ਲਈ ਇਸ ਇਲੈਕਸ਼ਨ ਨੂੰ ਇਸਲਾਮ ਤੇ ਕੁਫਰ ਦੀ ਜੰਗ ਦਾ ਰੰਗ ਦਿੱਤਾ ਜਾਏ। ਇੰਝ ਹੀ ਕੀਤਾ ਗਿਆ ਕਿ ਪੰਜਾਬ ਦੇ ਬਹੁਤੇ ਪੀਰਾਂ, ਮੌਲਵੀਆਂ ਤੇ ਦਰਗਾਹਾਂ ਦੇ ਮਤਵਲੀਆਂ ਨੂੰ ਨਾਲ ਰਲਾ ਕੇ ਸਾਰੇ ਪੰਜਾਬ ਵਿੱਚ ਇਹ ਪ੍ਰੋਪੇਗੈਂਡਾ ਕੀਤਾ ਗਿਆ ਕਿ ਪਾਕਿਸਤਾਨ ਬਣਾਉਣ ਦਾ ਮਕਸਦ ਹਿੰਦੂ ਕਾਫਰਾਂ ਦੀ ਗੁਲਾਮੀ ਤੋਂ ਨਿਕਲ ਕੇ ਇੱਕ ਇਸਲਾਮੀ ਰਿਆਸਤ ਬਣਾਉਣਾ ਹੈ। ਮੁਸਲਿਮ ਲੀਗ ਦੇ ਜਲਸਿਆਂ 'ਚ ਇਹ ਜੋ ਨਾਰੇ ਲਗਾਏ ਜਾਂਦੇ ਸੀ ਕਿ ਪਾਕਿस्तान का नारा क्या, ला इलाहा इल्लल्लाह। ਅਲੀਗੜ੍ਹ ਤੇ ਯੂਪੀ ਤੋਂ ਇੱਕ ਵੱਡੀ ਤਾਦਾਦ ਵਿੱਚ ਵਿਦਿਆਰਥੀ ਤੇ ਵਲੰਟੀਅਰ ਬੁਲਾਏ ਗਏ ਜਿਨ੍ਹਾਂ ਮੁਸਲਿਮ ਲੀਗ ਦਾ ਇਸਲਾਮੀ ਪ੍ਰੋਪੇਗੈਂਡਾ ਫੈਲਾਉਣ ਵਿੱਚ ਬਹੁਤ ਮਦਦ ਕੀਤੀ। ਪੰਜਾਬ ਦੇ ਗਵਰਨਰ ਗਲੈਂਸੀ ਨੇ 2 ਫਰਵਰੀ 1944 ਦੀ ਵਾਇਸਰਾਏ ਨੂੰ ਆਪਣੀ ਹਫ਼ਤਾਵਾਰ ਰਿਪੋਰਟ ਵਿੱਚ ਲਿਖਿਆ, ਕੋਟ, ਮੁਸਲਿਮ ਲੀਗ ਦੇ ਜਲਸਿਆਂ ਵਿੱਚ ਤਕਰੀਰ ਕਰਨ ਵਾਲੇ
ਮਜ਼ਹਬੀ ਇੰਤਹਾ ਪਸੰਦੀ ਵਿੱਚ ਵੱਧਦੇ ਜਾ ਰਹੇ ਨੇ। ਮੌਲਵੀ, ਪੀਰ ਤੇ ਵਿਦਿਆਰਥੀ ਸਾਰੇ ਸੂਬੇ 'ਚ ਇਹ ਪ੍ਰੋਪੇਗੈਂਡਾ ਕਰ ਰਹੇ ਨੇ ਕਿ ਜਿਹੜਾ ਮੁਸਲਮਾਨ ਮੁਸਲਿਮ ਲੀਗ ਨੂੰ ਵੋਟ ਨਹੀਂ ਦੇਵੇਗਾ ਉਹ ਕਾਫਰ ਹੋ ਜਾਏਗਾ, ਉਹਦਾ ਨਿਕਾਹ ਟੁੱਟ ਜਾਏਗਾ ਤੇ ਉਸ ਦਾ ਬਾਈਕਾਟ ਕਰਤਾ ਜਾਏਗਾ। ਇਹਦੇ ਵਿੱਚ ਹੁਣ ਕੋਈ ਸ਼ੱਕ ਨਹੀਂ ਕਿ ਮੁਸਲਿਮ ਲੀਗ ਜਿਸ ਨੇ ਆਪਣੀ ਮੁਹਿੰਮ ਇਸਲਾਮ ਖਤਰੇ ਵਿੱਚ ਹੈ ਦੇ ਨਾਅਰੇ ਤੇ ਚਲਾਈ ਹੈ, ਉਹ ਬਹੁਤੀਆਂ ਮੁਸਲਿਮ ਸੀਟਾਂ ਜਿੱਤ ਜਾਏਗੀ। ਅਨਕੋਟ। ਇਲੈਕਸ਼ਨ ਦਾ ਨਤੀਜਾ ਨਿਕਲਿਆ ਤੇ ਪੰਜਾਬ ਵਿੱਚ ਮੁਸਲਿਮ ਲੀਗ ਨੇ ਮੁਸਲਮਾਨਾਂ ਦੀਆਂ 86 ਵਿੱਚੋਂ 75 ਸੀਟਾਂ ਜਿੱਤ ਲਈਆਂ। ਕਾਂਗਰਸ ਨੂੰ 51 ਤੇ ਯੂਨੀਅਨਸ ਨੂੰ ਪਾਰਟੀ ਨੂੰ ਸਿਰਫ 19 ਸੀਟਾਂ ਮਿਲੀਆਂ। ਮੁਸਲਿਮ ਲੀਗ ਨੂੰ ਇਸਲਾਮ ਤੇ ਪਾਕਿਸਤਾਨ ਦੇ ਨਾਂ ਤੇ ਬਹੁਤ ਵੱਡੀ ਕਾਮਯਾਬੀ ਮਿਲੀ, ਪਰ ਇਹਦੇ ਨਾਲ ਪੰਜਾਬ ਦੀ ਹਵਾ ਵਿੱਚ ਉਹ ਜ਼ਹਿਰ ਵੀ ਭਰ ਗਿਆ ਜਿਸ ਅਖੀਰ ਪੰਜਾਬ ਵਿੱਚ ਖੂਨ ਦੀਆਂ ਨਦੀਆਂ ਵਗਾ ਦਿੱਤੀਆਂ। ਅੰਮ੍ਰਿਤਾ ਪ੍ਰੀਤਮ ਨੇ ਇਸ ਦਾ ਨਕਸ਼ਾ ਇੰਝ ਖਿੱਚਿਆ ਸੀ ਕਿ ਕਿਸੇ ਨੇ 5 ਪਾਣੀਆਂ ਵਿੱਚ ਦਿੱਤੀ ਜ਼ਹਿਰ ਮਿਲਾ ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ, ਇਸ ਜ਼ਰਖੀਜ਼ ਜ਼ਮੀਨ ਦੇ ਲੂ ਨੂੰ ਫੁੱਟਿਆ ਜ਼ਹਿਰ, ਗਿੱਠ ਗਿੱਠ ਚੜੀਆਂ ਲਾਲੀਆਂ, ਫੁੱਟ ਫੁੱਟ ਚੜਿਆ ਕਹਿਰ। ਇੰਨੀ ਤਗੋਦਾ ਦੇ ਬਾਅਦ ਵੀ ਮੁਸਲਿਮ ਲੀਗ ਕੋਲ ਇਤਨੀਆਂ ਸੀਟਾਂ ਨਹੀਂ ਸਨ ਕਿ ਉਹ ਹੁਕੂਮਤ ਬਣਾ ਸਕਦੀ। ਹੁਕੂਮਤ ਫਿਰ ਵੀ ਖਿਜ਼ਰ-ਏ-ਆਜ਼ਮ ਰਵਾਣਾ ਨੇ ਕਾਂਗਰਸ ਤੇ ਅਕਾਲੀਆਂ ਨਾਲ ਰਲ ਕੇ ਬਣਾਈ। ਇਸ ਤੇ ਮੁਸਲਿਮ ਲੀਗ ਨੇ ਰੱਪੜ ਪਾਤਾ ਤੇ ਸਾਰੇ ਪੰਜਾਬ ਵਿੱਚ ਖਿਜ਼ਰ-ਏ-ਆਜ਼ਮ ਰਵਾਣਾ ਦੀ ਹੁਕੂਮਤ ਨੂੰ ਢਾਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ। ਸਾਰੇ ਪੰਜਾਬ ਵਿੱਚ ਜਲਸੇ ਜਲੂਸ ਕੱਢੇ, ਜਿਨ੍ਹਾਂ ਦੇ ਜਵਾਬ ਵਿੱਚ ਕਈ ਥਾਵਾਂ ਹਿੰਦੂਆਂ ਸਿੱਖਾਂ ਨੇ ਵੀ ਜਲੂਸ ਕੱਢੇ ਤੇ ਕੁਝ ਥਾਵਾਂ ਤੇ ਆਪਸ ਵਿੱਚ ਟਾਕਰਾ ਵੀ ਹੋਇਆ, ਜਿਸ ਪੰਜਾਬ ਦੀ ਫਿਜ਼ਾ ਨੂੰ ਵਧੇਰੇ ਖਰਾਬ ਕਰ ਦਿੱਤਾ। ਸਿੱਖਾਂ ਤੇ ਹਿੰਦੂਆਂ ਨੂੰ ਇਹ ਡਰ ਸੀ ਕਿ ਪਾਕਿਸਤਾਨ ਬਣਿਆ ਤੇ ਉਹਨਾਂ ਨੂੰ ਇਸਲਾਮੀ ਹੁਕੂਮਤ ਦੀ ਛਾਂ ਥੱਲੇ ਰਹਿਣਾ ਪਵੇਗਾ। ਹਰ ਇੱਕ ਨੂੰ ਆਪੋ ਆਪਣੀ ਪੈ ਗਈ। ਤਿੰਨਾਂ ਧਰਮਾਂ ਦੇ ਲੋਕਾਂ ਨੇ ਆਪਣੀ ਹਿਫਾਜ਼ਤ ਤੇ ਆਉਣ ਵਾਲੀ ਲੜਾਈ ਦੀਆਂ ਤਿਆਰੀਆਂ ਫੜ ਲਈਆਂ। ਪਹਿਲਾ ਵੱਡਾ ਦੰਗਾ ਮਾਰਚ 1947 ਵਿੱਚ ਰਾਵਲਪਿੰਡੀ ਤੇ ਇਸ ਦੇ ਅੱਗੇ ਪਿੱਛੇ ਪਿੰਡਾਂ 'ਚ ਹੋਇਆ, ਜਿਹੜਾ ਛੇਤੀ ਜ਼ਿਲ੍ਹਾ ਮਟਕ ਤੇ ਹੋਰ ਇਲਾਕਿਆਂ 'ਚ ਫੈਲ ਗਿਆ। ਇਸ ਦੰਗੇ ਵਿੱਚ ਕੋਈ 5000 ਸਿੱਖ ਮਾਰੇ ਗਏ ਤੇ 80000 ਤੋਂ ਬਹੁਤਿਆਂ ਨੂੰ ਜਾਨ ਬਚਾਉਣ ਲਈ ਆਪਣੇ ਘਰਾਂ ਨੂੰ ਛੱਡ ਕੇ ਚੜ੍ਹਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜਾ ਕੇ ਪਨਾਹ ਲੈਣੀ ਪਈ। ਇੱਧਰ ਪੰਜਾਬ ਵਿੱਚ ਮੰਗੀਆਂ ਦੀ ਅੱਗ ਭੜਕ ਪਈ ਤੇ ਉਧਰ ਅੰਗਰੇਜ਼ ਹੁਕੂਮਤ ਨੂੰ ਹਿੰਦੁਸਤਾਨ ਛੱਡਣ ਦੀ ਕਾਹਲੀ ਪੈ ਗਈ। ਬਹੁਤੀ ਲੰਮੀ ਗੱਲ ਕਰਨ ਦੀ ਲੋੜ ਨਹੀਂ। ਮੋਟੀਆਂ ਗੱਲਾਂ ਇੰਝ ਨੇ ਕਿ ਮਾਰਚ 1944 ਨੂੰ ਬਰਤਾਨੀਆ ਦੇ ਪ੍ਰਾਈਮ ਮਿਨਿਸਟਰ ਨੇ ਐਲਾਨ ਕੀਤਾ ਕਿ ਬਰਤਾਨੀਆ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਨ ਦਾ ਫੈਸਲਾ ਕਰ ਲਿਆ ਹੈ। ਬਰਤਾਨੀਆ ਤੋਂ 3 ਵਜ਼ੀਰ ਹਿੰਦੁਸਤਾਨ ਆਏ ਤੇ 3 ਮਹੀਨਿਆਂ ਤੱਕ ਕਾਂਗਰਸ ਤੇ ਮੁਸਲਿਮ ਲੀਗ ਨਾਲ ਗੱਲਬਾਤ ਕਰਦੇ ਰਹੇ। 16 ਮਈ 1944 ਨੂੰ ਹਿੰਦੁਸਤਾਨ ਦੀ ਆਜ਼ਾਦੀ ਦੇ ਉਸ ਪਲਾਨ ਦਾ ਐਲਾਨ ਕੀਤਾ ਜਿਸ ਨੂੰ ਕੈਬਨਿਟ ਮਿਸ਼ਨ ਪਲਾਨ ਕਿਹਾ ਜਾਂਦਾ ਹੈ। ਪਰ ਕਾਫੀ ਲੈ ਦੇ ਹੋਣ ਦੇ ਬਾਅਦ ਜੁਲਾਈ ਵਿੱਚ ਇਹ ਪਲਾਨ ਹੀ ਫੇਲ ਹੋ ਗਿਆ। ਇਸ ਦੌਰਾਨ ਮਰਕਜ਼ ਵਿੱਚ ਵਾਇਸਰਾਏ ਦੀ ਪ੍ਰਧਾਨਗੀ ਥੱਲੇ ਕਾਂਗਰਸ ਤੇ ਮੁਸਲਿਮ ਲੀਗ ਨੂੰ ਰਲਾ ਕੇ ਇੱਕ ਅਬੂਰੀ ਹੁਕੂਮਤ ਵੀ ਬਣੀ, ਪਰ ਮੁਸਲਿਮ ਲੀਗ ਤੇ ਕਾਂਗਰਸ ਦੇ ਝਗੜੇ ਨਾ ਮੁੱਕੇ। ਅਖੀਰ 20 ਫਰਵਰੀ 1947 ਨੂੰ ਬਰਤਾਨੀਆ ਨੇ ਐਲਾਨ ਕਰ ਦਿੱਤਾ ਕਿ ਜੂਨ 1948 ਤੱਕ ਹਿੰਦੁਸਤਾਨ ਨੂੰ ਆਜ਼ਾਦ ਕਰ ਦਿੱਤਾ ਜਾਏਗਾ, ਜਿਸ ਦਾ ਬੰਦੋਬਸਤ ਕਰਨ ਲਈ ਇੱਕ ਨਵੇਂ ਵਾਇਸਰਾਏ ਲਾਰਡ ਮਾਊਂਟਬੈਟਨ ਨੂੰ ਹਿੰਦੁਸਤਾਨ ਭੇਜਿਆ ਜਾਏਗਾ। ਲਾਰਡ ਮਾਊਂਟਬੈਟਨ 22 ਮਾਰਚ ਨੂੰ ਦਿੱਲੀ ਪਹੁੰਚੇ ਤੇ ਆਉਂਦੇ ਹੀ ਕਾਂਗਰਸ ਤੇ ਮੁਸਲਿਮ ਲੀਗ ਨਾਲ ਹਿੰਦੁਸਤਾਨ ਦੀ ਕਿਸਮਤ ਦਾ ਫੈਸਲਾ ਕਰਨ ਤੇ ਗੱਲਬਾਤ ਸ਼ੁਰੂ ਕਰ ਦਿੱਤੀ, ਜਿਹੜੀ 2-2.5 ਮਹੀਨੇ ਚੱਲਦੀ ਰਹੀ। ਅਖੀਰ ਵੰਡ ਤੇ ਸਭ ਦਾ ਇੱਕਾ ਹੋ ਗਿਆ, ਜਿਸ ਵਿੱਚ ਪੰਜਾਬ ਤੇ ਬੰਗਾਲ ਦੀ ਵੰਡ ਵੀ ਸ਼ਾਮਲ ਸੀ। 3 ਜੂਨ ਨੂੰ ਵੰਡ ਦਾ ਐਲਾਨ ਹੋਇਆ ਤੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਜੂਨ 1948 ਦੀ ਥਾਂ ਸਿਰਫ 2.5 ਮਹੀਨਿਆਂ ਬਾਅਦ 15 ਅਗਸਤ ਵਾਲੇ ਦਿਨ ਹਿੰਦੁਸਤਾਨ ਆਜ਼ਾਦ ਕਰ ਦਿੱਤਾ ਜਾਏਗਾ। ਇੰਡੀਆ ਤੇ ਪਾਕਿਸਤਾਨ ਆਪਣੇ ਆਪਣੇ ਇਲਾਕੇ ਵਿੱਚ ਹੁਕੂਮਤ ਕਾਇਮ ਕਰ ਲੈਣਗੇ। ਪੰਜਾਬ ਤੇ ਬੰਗਾਲ ਦੀਆਂ ਨਵੀਆਂ ਸਰਹੱਦਾਂ ਤੈਅ ਕਰਨ ਲਈ ਰੈਡ ਕਲਿਫ ਦਾ ਕਮਿਸ਼ਨ ਕਾਇਮ ਕੀਤਾ ਗਿਆ, ਜਿਸ ਦੀ ਡਿਊਟੀ 4 ਹਫ਼ਤਿਆਂ ਵਿੱਚ ਨਵੀਆਂ ਸਰਹੱਦਾਂ ਤੈਅ ਕਰਨਾ ਸੀ। ਇੰਜ ਮਾਊਂਟਬੈਟਨ ਦੇ ਆਉਣ ਦੇ ਬਾਅਦ 5 ਮਹੀਨਿਆਂ ਵਿੱਚ ਹਿੰਦੁਸਤਾਨ ਦੀ ਵੰਡ ਤੇ ਆਜ਼ਾਦੀ ਦਾ ਸਾਰਾ ਕੰਮ ਨਿਬੇੜ ਦਿੱਤਾ ਗਿਆ। ਇਹ ਉਹੀ ਵੇਲਾ ਸੀ ਜਦ ਪੰਜਾਬ ਦੇ ਹਾਲਾਤ ਇੰਨੇ ਵਿਗੜ ਗਏ ਕਿ ਪਹਿਲਾਂ ਰਾਵਲਪਿੰਡੀ ਵਿੱਚ ਵੱਡਾ ਬਲਵਾ ਹੋਇਆ ਤੇ ਫਿਰ ਸਾਰੇ ਪੰਜਾਬ ਵਿੱਚ ਨਿੱਕੀਆਂ ਮੋਟੀਆਂ ਲੜਾਈਆਂ ਸ਼ੁਰੂ ਹੋ ਗਈਆਂ। ਕਈ ਤਰ੍ਹਾਂ ਦੇ ਡਰ, ਖੌਫ, ਬਲਵਿਆਂ ਤੇ ਖੂਨ ਖਰਾਬੇ ਦੀਆਂ ਸੱਚੀਆਂ ਤੇ ਝੂਠੀਆਂ ਖਬਰਾਂ ਤੇ ਨਵੀਆਂ ਅਫਵਾਹਾਂ ਨਾਲ ਆਪਸ ਵਿੱਚ ਦੁਸ਼ਮਣੀਆਂ ਵੱਧ ਰਹੀਆਂ ਸਨ। ਅਸਲਾ ਜਮ੍ਹਾਂ ਕੀਤਾ ਜਾ ਰਿਹਾ ਸੀ ਤੇ ਜੱਥੇ ਤਿਆਰ ਹੋ ਰਹੇ ਸੀ। ਦਿੱਲੀ ਵਿੱਚ ਗੱਲਬਾਤ ਕਰਨ ਵਾਲੇ ਤਿੰਨਾਂ ਧਿਰਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਪੰਜਾਬ ਇੱਕ ਐਸਾ ਬਾਰੂਦ ਦਾ ਢੇਰ ਬਣ ਰਿਹਾ ਹੈ ਜਿਹੜਾ ਇੱਕ ਨਿੱਕੀ ਜਿਹੀ ਚੰਗਿਆੜੀ ਨਾਲ ਕਿਸੇ ਵੇਲੇ ਵੀ ਫਟ ਸਕਦਾ ਹੈ ਤੇ ਬਹੁਤ ਵੱਡੀ ਤਬਾਹੀ ਹੋ ਸਕਦੀ ਹੈ। ਪਰ ਕਿਸੇ ਇਹ ਨਾ ਸੋਚਿਆ ਕਿ ਮੁਲਕ ਤੇ ਪੰਜਾਬ ਦੀ ਵੰਡ ਕਰਨ ਤੋਂ ਪਹਿਲਾਂ ਪੰਜਾਬ ਨੂੰ ਖੂਨ ਖਰਾਬੇ ਤੋਂ ਬਚਾਉਣ ਦਾ ਕੋਈ ਬੰਦੋਬਸਤ ਕਰ ਲਿਆ ਜਾਏ। ਮਾਊਂਟਬੈਟਨ ਨੂੰ ਤਾਂ ਰੋਜ਼ਾਨਾ ਪੰਜਾਬ ਦੇ ਗਵਰਨਰ ਤੇ ਖੁਫੀਆ ਏਜੰਸੀ ਦੀਆਂ ਖਬਰਾਂ ਮਿਲ ਰਹੀਆਂ ਸਨ। ਖਾਸ ਤੌਰ ਤੇ ਮਾਊਂਟਬੈਟਨ ਬਹੁਤ ਅਕਾਲਾ ਇਸ ਕਰਕੇ ਸੀ ਕਿ ਪੰਜਾਬ ਵਿੱਚ ਖੂਨ ਖਰਾਬਾ ਹੋਣ ਤੋਂ ਪਹਿਲਾਂ ਹੀ
हुकूमत कांग्रेस ते मुस्लिम लीग के हवाले करती जाए ताकि इस तबाही की तुहमत अंग्रेज़ों ते ना लगे। ताई अंगतान ते गणेश कुलसिया अपनी किताब द आफ्टरमैथ ऑफ पार्टीशन इन साउथ एशिया विच लिखते हैं, कोट, माउंटबेटन ਨੂੰ ਬੰਗਾਲ ਤੇ ਪੰਜਾਬ ਦੀਆਂ ਨਵੀਆਂ ਸਰਹੱਦਾਂ ਦਾ ਫੈਸਲਾ 12 ਅਗਸਤ ਨੂੰ ਮਿਲ ਗਿਆ ਸੀ, ਪਰ ਉਸ ਨੇ ਇਹਦਾ ਐਲਾਨ ਆਜ਼ਾਦੀ ਦੇ 2 ਦਿਨ ਮਗਰੋਂ 17 ਅਗਸਤ ਨੂੰ ਕੀਤਾ, ਜਿਸ ਦਾ ਨਤੀਜਾ ਇੱਕ ਵੱਡੀ ਤਬਾਹੀ ਦੀ ਸੂਰਤ ਵਿੱਚ ਨਿਕਲਿਆ। ਉਸ ਨਾ ਹੀ ਆਬਾਦੀ ਦੇ ਵਟਾਂਦਰੇ ਦਾ ਕੋਈ ਬੰਦੋਬਸਤ ਕੀਤਾ ਤੇ ਨਾ ਹੀ ਦੋ ਨਵੀਆਂ ਹਕੂਮਤਾਂ ਨੂੰ ਸਰਹੱਦ ਦੇ ਦੋਵੇਂ ਪਾਸੇ ਇਨਸਾਨੀ ਜਾਨਾਂ ਤੇ ਜਾਇਦਾਦਾਂ ਦੀ ਰਾਖੀ ਲਈ ਕੁਝ ਕਰਨ ਦਾ ਮੌਕਾ ਦਿੱਤਾ। ਉਸ ਨੂੰ ਸਿਰਫ ਇਸ ਚੀਜ਼ ਦੀ ਫਿਕਰ ਸੀ ਕਿ ਇਸ ਐਲਾਨ ਦੇ ਬਾਅਦ खास कर पंजाब में जो तबाही फैलनी है उसका इल्जाम अंग्रेज़ों की हुकूमत ना आए, अनकोट। पर यह जिम्मेवारी सिर्फ माउंटबेटन की नहीं सी। मुस्लिम लीग ते कांग्रेस के आगू नूं भी पूरा चानन सी कि पंजाब विच की हो रहा है। A tiny branch fell down. A tiny branch fell down. A tiny branch fell down from the walnut tree. Not the huge one, just a mini one. मुस्लिम लीग ਤੇ ਕਾਂਗਰਸ ਦੇ ਆਗੂਆਂ ਨੂੰ ਵੀ ਪੂਰਾ ਚਾਨਣ ਸੀ ਕਿ ਪੰਜਾਬ ਵਿੱਚ ਕੀ ਹੋ ਰਿਹਾ ਹੈ ਤੇ ਕੀ ਹੋ ਸਕਦਾ ਹੈ। ਉਹਨਾਂ ਵਿੱਚੋਂ ਕਿਸੇ ਵੀ ਇਹ ਗੱਲ ਨਾ ਛੇੜੀ ਕਿ ਪੰਜਾਬ ਦੀ ਵੰਡ ਕਰਨ ਤੋਂ ਪਹਿਲਾਂ ਪੰਜਾਬ ਨੂੰ ਤਬਾਹੀ ਤੋਂ ਬਚਾਉਣ ਦਾ ਪੱਕ ਕਰ ਲਿਆ ਜਾਏ ਤੇ ਸਭ ਨੇ ਪੰਜਾਬ ਵੱਲੋਂ ਅੱਖਾਂ ਬੰਦ ਕੀਤੀ ਰੱਖੀਆਂ। ਇਹਦੇ ਵਿੱਚ ਕਿਹੜਾ ਹਰਜ ਸੀ ਜੇ ਕਰੋੜਾਂ ਪੰਜਾਬੀਆਂ ਦੀਆਂ ਜਾਨਾਂ, ਮਾਲ, ਕਾਰੋਬਾਰ ਤੇ ਇੱਜ਼ਤਾਂ ਬਚਾਉਣ ਦੇ ਬੰਦੋਬਸਤ ਕਰਨ ਦੀ ਖਾਤਰ ਏਡੀ ਕਾਹਲੀ ਕਰਨ ਦੀ ਥਾਂ ਵੰਡ ਨੂੰ 2-4 ਮਹੀਨੇ ਅੱਗੇ ਕਰ ਦਿੱਤਾ ਜਾਂਦਾ। ਬਸ ਇੰਨਾ ਹੀ। ਲਓ ਜਨਾਬ, ਹਿਸਟੋਰੀਕਲ ਐਨਾਲਿਸਿਸ ਵੀ ਸਾਨੂੰ ਮਿਲ ਗਿਆ ਅੱਜ। ਕੋਈ ਜਵੇਦ ਸਾਹਿਬ ਤੁਸੀਂ ਗੱਲ ਕਰੋ, ਮਨਜ਼ੂਰ ਸਾਹਿਬ, ਗੁਫ਼ਤਗੂ ਦਾ ਆਗਾਜ਼। Can I? Yes, Can I? please. Thank you so much, Safir ji. I grew up not knowing much about what happened because nobody talked about those things. ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋਇਆ ਤੇ ਫਿਰ ਪਤਾ ਲੱਗਿਆ ਕਿ ਮੇਰੇ ਦਾਦਾ ਜੀ ਤੇ ਉਹਨਾਂ ਦਾ ਬ੍ਰਦਰ ਵੀ ਉਹ ਆਜ਼ਾਦੀ ਦੇ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਜਾਂਦੇ ਹੁੰਦੇ ਸੀ, ਬੜੀਆਂ ਕੁੱਟਾਂ ਵੀ ਉਹਨਾਂ ਨੂੰ ਪਈਆਂ, ਸਾਰਾ ਕੁਛ। I wanted to write about those unsung heroes. ਤੇ ਜਿਉਂ-ਜਿਉਂ ਮੈਂ ਜ਼ਿਆਦਾ ਰਿਸਰਚ ਕੀਤੀ ਤੇ ਮੈਨੂੰ 5 ਸਾਲ ਲੱਗੇ ਇਹ ਨੋਵਲ ਜਿਹੜਾ ਹੈਗਾ ਸਪਲਿੰਟਰਡ ਵਾਟਰਸ, ਉਹਦਾ ਸਪਲਿੰਟਰ ਕਰਨਾ, ਜਾਨੀ ਪਾਣੀ 'ਚ ਤਾਂ ਲਕੀਰ ਵੀ ਨਹੀਂ ਪੈਂਦੀ, ਪਰ ਉਹਨਾਂ ਨੇ ਦਰਿਆਵਾਂ ਨੂੰ 5 ਦਰਿਆਵਾਂ ਨੂੰ ਤੋੜ ਕੇ ਵੱਖਰਾ ਕੀਤਾ ਹੈ। ਟ੍ਰਿਸਟ ਵਿਦ ਡੈਸਟਨੀ, ਜੋ ਕਿ ਨਹਿਰੂ ਉਸ ਵੇਲੇ ਕਹਿ ਰਿਹਾ ਸੀ ਜਦੋਂ ਇੰਨੀ ਮਤਲਬ ਕਿ ਮਰਡਰਸ ਹੋ ਰਹੇ ਸੀ, ਮੈਸਕਰ ਹੋ ਰਹੇ ਸੀਗੇ ਤੇ ਐਂਡ ਹੀ ਵਾਸ ਸੇਇੰਗ ਦੈਟ ਇੰਡੀਆ ਵਿਲ ਵੇਕ ਅਪ ਟੂ ਲਾਈਫ ਐਂਡ ਫਰੀडम। ਉਹ ਸਾਰਾ ਕੁਛ ਮੈਂ ਬੜੇ ਮਤਲਬ ਕਿ ਰਿਸਰਚ ਕਰਕੇ ਬਈ what went on, ਤੁਸੀਂ ਬਿਲਕੁਲ ਮੈਨੂੰ now it's been ਤੁਸੀਂ ਜੋ ਕਿਹਾ ਹੈਗਾ ਉਹ ਬਿਲਕੁਲ ਠੀਕ ਹੈਗਾ ਕਿ ਜਿਸ ਤਰ੍ਹਾਂ ਹੁੰਦਾ ਰਿਹਾ, ਪਰ ਉਹਦੇ ਵਿੱਚ ਗਾਂਧੀ ਔਰ ਨਹਿਰੂ ਦਾ ਵੀ ਬੜਾ ਵੱਡਾ ਹੱਥ ਸੀ। they wanted ਮਤਲਬ ਕਿ ਪਾਵਰ, ਤੇ ਉਹਨਾਂ ਨੇ ਇਹ ਬਿਲਕੁਲ ਖਿਆਲ ਹੀ ਨਹੀਂ ਕੀਤਾ ਕਿ what's happening in ਪੰਜਾਬ। ਐਂਡ ਜਿਹੜੇ ਇਕੱਠੇ ਰਹਿੰਦੇ ਸੀਗੇ, ਸਦੀਆਂ ਤੋਂ ਇਕੱਠੇ ਰਹਿ ਰਹੇ ਸੀਗੇ, ਮੁਸਲਮਾਨ ਤੇ ਸਿੱਖਾਂ 'ਚ, ਹਿੰਦੂਆਂ 'ਚ ਕੋਈ ਫਰਕ ਨਹੀਂ ਸੀ, ਪਿੰਡਾਂ ਦੇ ਵਿੱਚ ਵੀ ਇੱਕ ਦੂਜੇ ਦੇ ਆਉਣ ਜਾਣ, ਵਿਆਹਾਂ ਸ਼ਾਦੀਆਂ 'ਚ ਐਵਰੀਥਿੰਗ, ਉਹ ਕਿਉਂ ਇੱਕ ਦੂਜੇ ਦੇ ਦੁਸ਼ਮਣ ਬਣ ਗਏ? ਇਹ ਸਾਰਾ ਉਸ ਟਾਈਮ ਦੇ ਲੀਡਰਾਂ ਦੇ ਉੱਤੇ ਸੀਗਾ, ਬਿਕੋਜ਼ they did not ਮਤਲਬ ਕਿ plan for anything, they were just wanted to grab some power. So thank you so much. It makes me feel much better because that my first novel is about the partition and Azadi di Ladai, and then the Second World War, ਜਿਹਦੇ ਵਿੱਚ ਬਹੁਤ ਸਾਰੇ ਇੰਡੀਅਨਸ ਨੇ ਹਿੱਸਾ ਲਿਆ ਸੀ। So thank you. और साहब, जवेद साहब ਤੁਸੀਂ ਗੱਲ ਕਰੋ। ਹਾਂਜੀ, ਹਾਂਜੀ, ਆਪਣਾ
ਧੰਨਵਾਦ ਜੀ ਤੁਹਾਡੀ ਇਜਾਜ਼ਤ ਨਾਲ। ਨਹੀਂ, ਸਫੀਰ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇੰਨੀ ਸਟੱਡੀ ਕਰਕੇ ਇੱਕ ਛੋਟੇ ਜਿਹੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਉਹਦੇ ਵਿੱਚ ਉਹਨਾਂ ਨੇ ਇੱਕ ਪੁਆਇੰਟ ਕਰਕੇ ਦੱਸਦੇ ਗਏ ਨੇ। ਉਹ ਵੈਸੇ ਬੜੀ ਅੱਛੀ ਗੱਲ ਹੈਗੀ ਹੈ ਕਿ ਬੇਸ਼ੁਮਾਰ ਲੋਕਾਂ ਨੂੰ ਇਹਨਾਂ ਛੋਟੇ ਜਿਹੜੇ ਵਾਕਿਆਤ ਹੋਏ ਬਿਫੋਰ ਪਾਰਟੀਸ਼ਨ, ਪੋਲੀਟਿਕਸ ਦੇ ਹਵਾਲੇ ਨਾਲ ਜਾਂ ਧਰਮ ਦੇ ਹਵਾਲੇ ਨਾਲ ਜਾਂ ਜਿੱਤਣ ਦੇ ਹਾਰਨ ਦੇ ਹਵਾਲੇ ਨਾਲ, ਜਿਸ ਤਰ੍ਹਾਂ ਨਾਲ ਗੱਲ ਕੀਤੀ ਹੈ ਆਪਣਾ ਪੰਨੂ ਜੀ ਨੇ, ਮੈਂ ਪੰਨੂ ਨਹੀਂ ਕਹਾਂਗਾ, ਪੰਨੂ ਜੀ ਨੇ। ਤੇ ਸੋਹਣਾ ਵੈਸੇ ਜੀ ਪੰਨੂ ਸੋਹਣਾ ਤੇ ਲੱਗਦਾ ਨਾ। ਅੱਛਾ ਚਲੋ, ਤੇ ਇਸ ਹਵਾਲੇ ਨਾਲ ਬਿਲਕੁਲ ਠੀਕ ਹੈ, ਸਫੀਰ ਸਾਹਿਬ ਨੇ ਬੜਾ ਅੱਛਾ ਕੀਤਾ ਔਰ ਬੜਾ ਚੰਗਾ ਲੱਗਾ। ਪਰ ਮੈਨੂੰ ਜਿਹੜਾ ਨਾ ਇਹ ਬਹੁਤ ਸਾਰੇ ਲੋਕ ਇਹ ਐਨਾਲਿਸਿਸ ਕਰਦੇ ਨੇ, ਪਿਛਲੇ ਵਾਕਿਆ ਦੱਸਦੇ ਨੇ, ਫਲਾਣੇ ਨੇ ਕੀਤਾ, ਫਲਾਣੇ ਕੀ ਕੀਤਾ, ਇੰਜ ਹੋਇਆ ਉਹਨਾਂ ਨੇ। ਮੈਂ ਕਹਿੰਦਾ ਵਾਂ ਕਿ ਜਿਹੜਾ ਹੋਣ ਤੋਂ ਬਾਅਦ ਜਿੰਨਾ ਲੋਕਾਂ ਨਾਲ ਹੋਇਆ ਉਹਨਾਂ ਦੇ ਬਾਰੇ ਚ ਬਹੁਤ ਲੋਕ ਘੱਟ ਗੱਲ ਕਰਦੇ ਨੇ ਕਿ ਜਿਹੜਾ ਕੁਛ ਬਰਬਾਦੀ ਜਿਨ੍ਹਾਂ ਦੀ ਹੋਈ ਉਹਨਾਂ ਦਾ ਕੀ ਹਾਲ ਚ ਰਿਹਾ, ਕਿਸ ਤਰ੍ਹਾਂ ਬਰਬਾਦ ਹੋਏ ਔਰ ਉਹਨਾਂ ਨੇ ਬਾਅਦ ਵਿੱਚ ਕਿਸ ਤਰ੍ਹਾਂ ਸਰਵਾਈਵ ਕੀਤਾ, ਉਹਨਾਂ ਦੀਆਂ ਪੀੜਾਂ, ਉਹਨਾਂ ਦੀਆਂ ਤਕਲੀਫਾਂ, ਇਹਦੇ ਬਾਰੇ ਚ ਬਹੁਤ ਘੱਟ ਗੱਲ ਹੁੰਦੀ। ਜਵੇਦ ਜੀ ਤੁਸੀਂ ਤੇ ਨਾਵਲ ਦਾ ਤਰਜਮਾ ਕੀਤਾ 2000 ਸਵੇ, ਉਹਦੇ ਵਿੱਚ ਇਹੋ ਹੀ ਗੱਲ ਹੋਈ ਹੈ ਨਾ? ਨਹੀਂ, ਇਹੋ ਗੱਲ ਨਹੀਂ, ਠੀਕ ਹੈ, ਉਹ ਇਹੋ ਗੱਲ ਹੋਈ ਹੈ। ਪਰ ਰੀਸੈਂਟਲੀ ਮੈਨੂੰ ਜਿਹੜੀ ਇੱਕ ਚੀਜ਼ ਨੇ ਹੋਰ ਨੇ ਵੀ ਟੁੰਬਿਆ ਵੇ ਕਿ ਜਿਹੜੇ ਉੱਥੇ ਇੱਕ ਚੜ੍ਹਦੇ ਪੰਜਾਬ ਵਿੱਚ ਵੱਡੀ ਟੁੱਕੀ ਧਰਤ ਦੇ ਨਾਟਕ ਦੇ ਹਵਾਲੇ ਨਾਲ ਜਿਹੜਾ ਛਾਪ ਸਿੰਘ ਨੇ ਇੱਕ ਆਰਟੀਕਲ ਲਿਖਿਆ ਵੇ, ਔਰ ਉਹ ਜਿਹੜਾ ਹੈਗਾ ਵੇ ਉਹ ਪੜ੍ਹ ਕੇ ਤੇ ਬੰਦੇ ਨੂੰ ਉਹਦਾ ਹੋਰ ਅਹਿਸਾਸ ਜਾਗਦਾ ਹੈ ਕਿ ਬਈ ਇਹ ਜੋ ਕੁਛ ਵੀ ਹੈ ਇਹ ਜੋ ਕੋਈ ਲੋਕਾਂ ਨਾਲ ਹੋਇਆ ਔਰ ਅਸੀਂ ਠੀਕ ਹੈ ਜੋ ਕੁਝ ਕੀਤਾ ਹੈ ਉਹਨੂੰ ਵੀ ਮੰਨਦੇ ਜਾਈਏ ਕਿ ਜੋ ਕੁਝ ਅਸੀਂ ਭੈੜਾ ਕੀਤਾ ਉਹਨੂੰ ਮੰਨੀਏ ਔਰ ਇਹ ਸੋਚੀਏ ਕਿ ਆਇੰਦਾ ਇਹ ਨਹੀਂ ਹੋਣਾ ਚਾਹੀਦਾ, ਅਸੀਂ ਨਹੀਂ ਕਰਾਂਗੇ। ਉਹਦਾ ਬਹੁਤ ਹੀ ਉਹਨਾਂ ਦਾ ਛੋਟਾ ਜਿਹਾ ਆਰਟੀਕਲ ਹੈ, ਬਹੁਤ ਜ਼ਬਰਦਸਤ। ਸ਼ਰਮਾ ਜੀ ਮੈਂ ਗੱਲ ਥੋੜੀ ਜਿਹੀ ਕਰ ਲਿਆ। ਹਾਂਜੀ ਬਿਲਕੁਲ, ਤੁਹਾਡੀ ਤਾਂ ਜ਼ਰੂਰੀ ਹੈ। ਹਾਂਜੀ, ਮੇਰਾ ਇਸ ਆਰਟੀਕਲ ਦੇ ਬਾਰੇ ਚ ਇਹ ਵਿਊ ਹੈ ਕਿ ਇਹ ਇੱਕ ਪਹਿਲੂ ਨੂੰ, ਯਾਨੀ ਮੁਸਲਿਮ ਲੀਗ ਦੀ ਸਿਆਸਤ ਦਾ ਪੰਜਾਬ ਤੇ ਕੀ ਅਸਰ ਹੋਇਆ, ਉਹਦੀ ਜਿਹੜੇ ਗਲਿੰਪਸਸ ਨੇ ਉਹਦੇ ਵਿੱਚ ਇਸ ਮਜ਼ਮੂਨ ਦੇ ਵਿੱਚ ਕਾਫੀ ਕੈਪਚਰ ਕੀਤੇ ਗਏ। ਠੀਕ, ਅੱਛਾ, ਜਿਹੜੇ ਮੇਰਾ ਖਿਆਲ ਹੈ ਕਿ ਸ਼ਾਇਦ ਉਹਦੇ ਵਿੱਚ ਇਹ ਵੀ ਦੇਖਣ ਦੀ ਲੋੜ ਸੀ ਕਿ ਉਹ ਸਾਰੇ ਅਰਸੇ ਦੇ ਵਿੱਚ ਪੰਜਾਬ ਦੇ ਹਿੰਦੂ ਔਰ ਸਿੱਖਾਂ ਦੀ ਕੀ ਸਿਆਸਤ ਸੀ, ਕਿਉਂਕਿ ਉਹ ਠੀਕ ਹੈ ਮੈਜੋਰਟੀ 'ਚ ਨਹੀਂ ਸਨ, ਲੇਕਿਨ ਉਸ ਵੇਲੇ ਵੀ ਉਹ 40% ਤੋਂ ਜ਼ਿਆਦਾ ਸਨ, ਤੇ ਉਹਨਾਂ ਦੀ ਕੀ ਸਿਆਸਤ ਸੀ। ਮੇਰੀ ਜਿੱਥੋਂ ਤੱਕ ਸਟੱਡੀ ਹੈ ਉਹ ਇਹ ਹੈਗੀ ਹੈ ਕਿ ਮੁਸਲਿਮ ਲੀਗ ਤੋਂ ਬਹੁਤ ਪਹਿਲੇ ਸਰ ਲਾਲਾ ਲਾਜਪਤ ਰਾਏ ਜਿਹੜਾ ਹੈ ਉਹ 1923 ਦੇ ਵਿੱਚ ਜਿਹੜਾ ਹੈ ਉਹ ਪੰਜਾਬ ਨੂੰ ਵੰਡਣ ਦਾ ਨਕਸ਼ਾ ਪੇਸ਼ ਕਰ ਚੁੱਕਿਆ ਸੀ। ਉਹਨੇ ਇਸ ਤੇ ਇੱਕ ਕਾਲਮ ਜਿਹੜਾ ਹੈ ਉਹ ਟ੍ਰਿਬਿਊਨ ਵਿੱਚ ਲਿਖਿਆ ਵੀ ਸੀ, ਉਹ ਐਜ਼ ਏ ਰੈਕਰਡ ਮੌਜੂਦ ਹੈ ਔਰ ਮੈਂ ਆਪਣੀ ਕਿਤਾਬ 'ਚ ਉਹਨੂੰ ਕੋਟ ਵੀ ਕੀਤਾ ਹੈ। ਇੱਕ ਤੇ ਇਹ ਗੱਲ ਹੈਗੀ ਹੈ ਕਿ ਜਿਹੜੀ ਇਹ ਯਕਤਰਫਾ ਨਹੀਂ ਸੀ ਕਾਰਵਾਈ, ਬਿਲਕੁਲ ਇਹ ਜਿਹੜੀ ਹੈ ਇਹ ਉਹਨਾਂ ਨੂੰ ਡਰ ਸੀ, ਹਿੰਦੂਆਂ ਨੂੰ ਵੀ, ਕਿ ਇਹ ਜੇ ਮੁਸਲਮਾਨਾਂ ਦੀ ਹਕੂਮਤ ਜੇ ਹਕੂਮਤ ਇੰਜ ਬਣ ਗਈ ਤੇ ਹਕੂਮਤ ਤੇ ਮੁਸਲਮਾਨ ਮੈਜੋਰਟੀ ਦੀ ਬਣਨੀ ਹੈ, ਅਸੀਂ ਮੈਜੋਰਟੀ ਹੋ ਜਾਵਾਂਗੇ, ਤੇ ਇਹ ਉਹਨਾਂ ਨੂੰ ਕਬੂਲ ਨਹੀਂ ਸੀ ਹੈਗਾ। ਇਸ ਲਈ ਸਰ ਲਾਲਾ ਲਾਜਪਤ ਰਾਏ ਜਿਹੜੇ ਨੇ ਉਹ ਬਹੁਤ ਪਹਿਲੇ ਜਨਾਹ ਤੋਂ ਜਿਹੜਾ ਉਹ ਐਲਾਨ ਕਰ ਚੁੱਕੇ ਸਨ ਕਿ ਪੰਜਾਬ ਦੀ ਵੰਡ ਹੋਣੀ ਚਾਹੀਦੀ ਹੈ। ਇੱਕ ਦੂਜੀ ਮੇਰਾ ਖਿਆਲ ਜਿਹੜੀ ਮੈਨੂੰ ਸਮਝ ਆਉਂਦੀ ਹੈ, ਜਿਹੜਾ ਪੱਖ ਲੈਣਾ ਚਾਹੀਦਾ ਹੈ ਕਿ ਜਿਹੜੀ ਆਪਣਾ ਮੁਸਲਮਾਨਾਂ ਦਾ ਪੰਜਾਬ ਦੇ ਵਿੱਚ ਜਿਹੜਾ ਜਨਰਲ ਇਕਨੋਮਿਕ ਪੋਜੀਸ਼ਨ ਸੀ, ਮਤਲਬ ਉੱਤੇ ਤੇ ਚੰਦ ਵਡੇਰੇ ਹੈ ਸਨ ਨਾ, ਜਿਨ੍ਹਾਂ ਦਾ ਜ਼ਿਕਰ ਹੋਇਆ ਸਿਕੰਦਰ ਯਾਰ, ਟਵਾਣਾ, ਫਲਾਣਾ, ਲੇਕਿਨ ਜਿਹੜਾ ਆਮ ਮੁਸਲਮਾਨ ਸੀ ਉਹ ਬਹੁਤ ਨਿੱਕੀਆਂ ਜ਼ਾਤਾਂ ਔਰ ਪੈਜ਼ੈਂਟਰੀ ਤੋਂ ਮੁਸਲਮਾਨ ਹੋਇਆ ਸੀ,
ਔਰ ਉਹਦੇ ਉੱਤੇ ਜਿਹੜਾ ਸਦੀਆਂ ਦਾ ਜਬਰ ਸੀ। ਮਤਲਬ ਤੁਸੀਂ ਦੇਖੋ ਕਿ ਪੂਰੇ ਮੁਸਲਮਾਨਾਂ ਦੇ 700-800 ਸਾਲ ਦੇ ਪੀਰੀਅਡ ਦੇ ਵਿੱਚ ਵੀ ਪੰਜਾਬ ਦੇ ਆਮ ਮੁਸਲਮਾਨਾਂ ਦਾ ਕੋਈ ਭਲਾ ਨਹੀਂ ਹੋਇਆ। ਜਿਹੜੀ ਪੂਰੀ ਮਾਰਕੀਟਸ ਨੇ ਔਰ ਜਿਹੜੇ ਸ਼ਹਿਰ ਨੇ ਉਹ ਹਿੰਦੂ ਕੰਟਰੋਲ ਸਨ। ਸੋ ਇਹ ਜਿਹੜੀ ਹਿੰਦੂ ਕੰਟਰੋਲ ਸੀਗਾ ਜਿਹੜਾ ਸਦੀਆਂ ਤੋਂ ਆ ਰਿਹਾ ਸੀ, ਇਹਦੇ ਖਿਲਾਫ ਬਗਾਵਤ ਦੀ ਵੀ ਇੱਕ ਵਜ੍ਹਾ ਸੀ ਜਿਹੜੀ ਕਿ 47 ਦੇ ਦੰਗਿਆਂ ਦੇ ਵਿੱਚ ਦਾਖਲ ਹੋਈ। ਸੋ ਮੇਰਾ ਆਪਣਾ ਖਿਆਲ ਹੈ ਕਿ ਇਹ ਮੁਸਲਿਮ ਲੀਗ ਦੀ ਸਿਆਸਤ ਦੇ ਲਿਹਾਜ਼ ਨਾਲ ਇਹਨਾਂ ਨੇ ਬਹੁਤ ਸੋਹਣਾ ਆਰਟੀਕਲ ਲਿਖਿਆ ਹੈ, ਲੇਕਿਨ ਇਸ ਗੱਲ ਨੂੰ ਜਿਹੜਾ ਥੋੜਾ ਜਿਹਾ ਆਪਣਾ ਵਧਾ ਕੇ ਇਹ ਜਿਹੜੀ ਹਿੰਦੂ ਸਿਆਸਤ ਹੈ ਉਹ ਸਿੱਖ ਸਿਆਸਤ ਹੈ ਜਿਹੜੀ ਉਹ, ਔਰ ਫਿਰ ਉਸ ਤੋਂ ਬਾਅਦ ਜਿਹੜੀ ਮੁਸਲਿਮ ਲੀਗ ਸਿਆਸਤ ਹੈ ਉਹਨਾਂ ਨੂੰ, ਔਰ ਕਲਾਸ ਕਰੈਕਟਰ ਜਿਹੜੇ ਨੇ ਉਹਦੇ ਵਿੱਚ ਕਿਹੜੀ ਕਮਿਊਨਿਟੀ ਕਿੱਥੋਂ ਬਿਲੋਂਗ ਕਰਦੀ ਸੀ। ਮੁਸਲਮਾਨਾਂ ਦੀ ਤੇ ਮਿਡਲ ਕਲਾਸ ਹੈ ਹੀ ਕੋਈ ਨਹੀਂ ਸੀ। ਬਿਲਕੁਲ। ਹਾਂਜੀ, ਅਨਾਰਕਲੀ ਬਾਜ਼ਾਰ ਦੇ ਵਿੱਚ ਬਰਕਤ ਅਲੀ ਸਾੜੀ ਵਾਲੇ ਜਿਹੜੇ ਨੇ ਉਹਨਾਂ ਦੀ ਇੱਕ ਦੁਕਾਨ ਸੀ, ਬਾਕੀ ਤਾਂ ਸਾਰੀ ਹਿੰਦੂਆਂ ਦੀਆਂ ਦੁਕਾਨਾਂ ਸਨ। ਈਵਨ ਸਾਡੇ ਛੋਟੇ ਜਿਹੇ ਸ਼ਹਿਰ ਸਾਹੀਵਾਲ ਵਿੱਚ ਵੀ ਸਿਰਫ ਹਿੰਦੂ ਹੀ ਕਾਰੋਬਾਰ ਕਰਦੇ ਸਨ, ਮੁਸਲਮਾਨਾਂ ਦਾ ਕੋਈ ਹੱਥ ਨਹੀਂ ਸੀ ਉਹਦੇ ਚ। ਤੇ ਮੇਰਾ ਆਪਣਾ ਖਿਆਲ ਹੈ ਕਿ ਜਿਹੜੀ ਬਹੁਤ ਹੀ ਲੌਂਗ ਟਰਮ ਇਹ ਜਿਹੜਾ ਪਾਰਟ ਸੀ ਦੋਨਾਂ ਕਮਿਊਨਿਟੀਜ਼ ਦਾ, ਹਿੰਦੂਆਂ ਦਾ ਔਰ ਮੁਸਲਮਾਨਾਂ ਦਾ, ਇਹਨੇ ਕੋਈ ਨਾ ਕੋਈ ਰੰਗ ਕੱਢਣਾ ਸੀ। ਪੋਲੀਟੀਕਲ ਸਟ੍ਰੈਟਜੀਜ਼ ਕੰਮ ਕਰ ਰਹੇ ਸਨ ਨਾ। ਬਸ ਮੈਂ ਇੰਨੀ ਗੱਲ ਕਰਨੀ। हाँ बिल्कुल सही। तूतू किधर चल गया यार? तूतू गायब हो गया। मैं हैरान है तूतू ਇਹੋ ਤੇ ਤੂਤੂ ਦਾ ਸਬਜੈਕਟ ਹੈ ਜ਼ਿੰਦਗੀ ਦਾ। ਤੂਤੂ ਨੂੰ ਮੈਂ ਟੈਲੀਫੋਨ ਹੁਣੇ ਕੀਤਾ ਸੀ ਜਦੋਂ ਉਹਨਾਂ ਨੇ ਸਫੀਰ ਸਾਹਿਬ ਨੇ ਮਜ਼ਮੂਨ ਪੜ੍ਹਨਾ ਸ਼ੁਰੂ ਕੀਤਾ। ਮੈਂ ਟੂਟੂ ਨੂੰ ਫੋਨ ਕੀਤਾ, ਮੈਂ ਕਿਹਾ ਤੂੰ ਕਿੱਥੇ, ਤੇਰਾ ਫੇਵਰੇਟ ਟੌਪਿਕ ਆ ਗਿਆ, ਕਿਉਂਕਿ ਉਹ ਮੀਡੀਆ ਦੇ ਉੱਤੇ ਔਰ ਚੈਨਲ ਦੇ ਉੱਤੇ ਪਾਰਟੀਸ਼ਨ ਦਾ ਜਿਹੜਾ ਨਾ ਉਹ ਬੜਾ ਸਟੱਡੀ ਹੈਗੀ ਹੈ। ਲੇਕਿਨ ਮੈਨੂੰ ਲੱਗਦਾ ਕਿਤੇ ਉਹ ਹੋਰ ਕਿਸੇ ਜਗ੍ਹਾ ਪਹੁੰਚ ਗਿਆ ਹੁਣ, ਮੈਂ ਗੱਲ ਨਹੀਂ ਕਰ ਸਕਦਾ। ਇੰਡੀਆ ਗਿਆ ਹੋਣਾ। ਉਹਨੂੰ ਹਸਨ ਨਿਸਾਰ ਵਾਂਗਰ ਮੱਗ ਫੜ ਕੇ ਗੱਲ ਕਰਨੀ ਪਏਗੀ। ਅੱਛਾ ਸਹੀ ਹੈ। ਲਓ ਜੀ, ਕੋਈ ਹੋਰ ਗੁਫ਼ਤਗੂ? सर इजाजत है, मैं कुछ कहूँ? जरूर। सबसे पहले जी थैंक यू सो मच। इट्स नॉट जस्ट प्लेजर, बहुत मेरे वास्ते ते ओवरवेलमिंग है। मेरे डैडी दे 2 दोस्त इत्थे ने ते ਉਹਨਾਂ ਦੀ ਸਾਰਿਆਂ ਦੀ ਖੁਸ਼ਬੂ ਮੈਂ ਲੈ ਰਹੀ ਹਾਂ। ਬਹੁਤ ਅੱਛਾ ਲੱਗਿਆ, ਫਸਟ ਟਾਈਮ ਮੈਂ ਇੱਥੇ ਆਈ। ਹੋ ਸਕਦਾ ਮੇਰਾ ਚੈਨਲ ਚੇਂਜ ਹੋ ਜਾਏ, ਮੈਂ ਪੰਜਾਬੀ ਚ ਇੰਨੀ ਫਲੂਐਂਟ ਨਹੀਂ ਆ, ਉਰਦੂ ਤੇ ਹੋ ਜਾਵਾਂ। I'll try। ਅਮਰਜੀਤ ਜੀ, ਬਹੁਤ ਜ਼ਬਰਦਸਤ ਸੀ ਸਾਡੀ ਸਟੋਰੀ। ਮੈਂ ਔਰਤਾਂ ਦੇ ਨਾਲ ਕੰਮ ਕਰਨੀ ਹੈ ਇੱਥੇ ਕੈਨੇਡਾ 'ਚ, ਤੇ ਉਹ ਬਹੁਤ ਸਾਰੀ ਮੈਂ ਸੋਚ ਰਹੀ ਸੀ, ਬਹੁਤ ਸਾਰੀ ਸਟੋਰੀਜ਼ ਮੈਂ ਰਿਲੇਟ ਕਰ ਰਹੀ ਸੀ। ਜੇ ਤੁਸੀਂ ਉਹਦੇ 'ਚ ਲਿਖਿਆ ਸੀ, ਪੜ੍ਹਿਆ ਸੀ ਕਿ ਮੌਤ ਤੇ ਆ ਜਾਂਦੀ, ਅਸਲ ਬਾਤ ਤੇ ਜ਼ਿੰਦਗੀ ਦੀ ਹੈ। ਜ਼ਿੰਦਗੀ ਕਿਸ ਤਰ੍ਹਾਂ ਜੀਣੀ ਚਾਹੀਦੀ ਹੈ, ਕਈਆਂ ਵਾਸਤੇ ਬਹੁਤ ਮੁਸ਼ਕਿਲ ਹੈ ਜ਼ਿੰਦਗੀ ਜੀਣਾ। ਉਹ ਸਾਰਾ ਮੈਂ ਰਿਲੇਟ ਕਰ ਰਹੀ ਸੀ, ਬਹੁਤ ਸਾਰੀ ਸਟੋਰੀਜ਼। ਫਿਰ ਜਿਹੜਾ ਉਹਦੇ 'ਚ ਸ਼ਗੁਫਤਾ ਜੀ ਨੇ ਉਹਨਾਂ ਦੀ ਇਨਸਾਈਟ ਸੀ, ਦੈਟ ਵਾਸ ਐਕਸਲੈਂਟ। ਤੁਸੀਂ ਸਾਰੇ ਬਹੁਤ ਅੱਛਾ ਕੰਟਰੀਬਿਊਟ ਕਰ ਰਹੇ ਸੀ। ਮੈਂ ਸਿੱਖ ਰਹੀ ਹਾਂ। ਜਾਵੇਦ ਸਾਹਿਬ, ਤੁਹਾਡੇ ਜਿੱਥੇ ਤੁਸੀਂ ਕਹਿ ਰਹੇ ਸੀ, ਆਈ ਵਾਸ ਜਸਟ ਟੇਕਿੰਗ ਨੋਟਸ। ਬਹੁਤ ਇਨ ਡੈਪਥ ਕਿਸਮ ਦੇ ਤੁਸੀਂ ਵਿਊਜ਼ ਦੇ ਰਹੇ ਸੀ। ਫਿਰ ਉਹਨਾਂ ਦੀ ਜਿਹੜੀ ਮੁਸ਼ਤਬਾ ਸਾਹਿਬ ਦੀ ਸੀ ਪੋਇਟਰੀ, ਨੋ ਡਾਊਟ। ਮੈਂ ਸੋਚ ਰਹੀ ਸੀ ਇੱਥੇ ਕਿੰਨੇ ਲੋਕ ਨੇ ਜਿਹੜੇ ਵਿਕਣੇ ਵਾਲੇ ਨੇ, ਨਹੀਂ ਵਿਕੇ, ਉਹ ਉਸ ਮਾਈਂਡ ਸੈਟ ਦੇ ਇੱਥੇ ਬੈਠੇ ਨੇ ਜਿਹੜੇ ਲਿਖ ਸਕਦੇ ਨੇ, ਕਹਿ ਸਕਦੇ ਨੇ ਸਾਰੀ ਗੱਲਾਂ। ਤੇ ਮੈਂ ਕਦੀ ਵੀ ਹਿਸਟਰੀ ਦੀ ਸਟੂਡੈਂਟ ਨਹੀਂ ਰਹੀ, ਮੈਨੂੰ ਹਿਸਟਰੀ ਨਹੀਂ ਪਸੰਦ ਆਈ ਸੀ, ਲੇਕਿਨ ਅੱਜ ਜਿਹੜੀ ਮੈਂ ਸੁਣ ਰਹੀ ਸੀ ਉਹ ਸਾਰਾ ਕੁਝ ਸਫੀਰ ਸਾਹਿਬ ਦਾ। ਤੇ ਫਿਰ ਮੈਂ ਇੱਥੇ ਕੰਮ ਕਰਨੀ ਹੈ ਇੰਡੀਅਨ ਕਮਿਊਨਿਟੀ ਤੇ ਪਾਕਿਸਤਾਨੀ ਦੋਨਾਂ ਦੇ ਨਾਲ। ਜੋ ਸੀਨੀਅਰਸ ਨੇ ਇੰਡੀਅਨ ਜਿਹੜੇ ਪਾਕਿਸਤਾਨ 'ਚ ਪੈਦਾ ਹੋਏ ਨੇ, ਉਹ ਮੈਨੂੰ ਕਹਿੰਦੇ ਨੇ ਮੈਨੂੰ ਲੈ ਕੇ ਚੱਲੋ ਇੱਥੇ। ਇੱਕ ਆਂਟੀ ਨੇ, ਉਹ ਲਾਹੌਰ ਦੀ ਨੇ, ਉਹ ਸਾਰੀ ਮੈਨੂੰ ਗਲੀਆਂ ਦੱਸਦੇ ਨੇ, ਉਸमें ਮੈਂ ਇੱਥੇ ਸੀ, ਮੈਂ ਇੱਥੇ ਜਾਂਦੀ ਸੀ, ਮੈਨੂੰ ਲੈ ਕੇ ਚੱਲ। ਤੇ ਪਤਾ ਨਹੀਂ ਕਿਸੇ ਦੇ ਕੋਲ ਕਿੰਨਾ ਟਾਈਮ ਹੈ, ਉਹ ਲਾਈਫ 80s 'ਚ ਨੇ। ਇਟਸ ਅ ਰਿਸਪੌਂਸਿਬਿਲਿਟੀ, ਪਰ ਸੇ ਕਰੋਨਾ ਹੈ, ਬਟ ਸ਼ੀ ਇਜ਼ ਬੈਗਿੰਗ ਕਿ ਉਸमें ਮੈਨੂੰ ਲੈ ਕੇ ਚੱਲ। ਉਹ ਟਾਈਸ ਨੇ, ਉਹ ਸਾਰਾ ਕੁਝ ਤੇ ਹੋਣਾ ਚਾਹੀਏ, ਕੁਝ ਇਸ ਤਰ੍ਹਾਂ ਦਾ ਕਨੈਕਸ਼ਨ ਹੋਣਾ ਚਾਹੀਦਾ ਸਾਰੇ ਮੁਲਕਾਂ ਦੇ। ਇਹ ਮੇਰੀ ਥਾਟਸ ਸੀ ਅਬਾਊਟ ਅੱਜ ਦੀ ਸੰਗਤ ਵਾਸਤੇ। ਥੈਂਕ ਯੂ ਸੋ ਮਚ ਅਗੇਨ, ਵੈਰੀ ਆਨਰਡ ਟੂ ਬੀ ਹੇਅਰ।
क्या बात है, शुक्रिया। मेरे को ਤੁਸੀਂ ਕੰਕਲੂਡ ਕਰ ਦਿੱਤਾ ਸਾਰਾ ਸੈਸ਼ਨ। ਮੇਰਾ ਸੀ ਤੁਸੀਂ ਕਰ ਦਿੱਤਾ। ਥੈਂਕ ਯੂ। ਬਹੁਤ ਸ਼ੁਕਰੀਆ ਉਸਮਾ ਜੀ, ਬਹੁਤ ਸ਼ੁਕਰੀਆ। ਹਾਂਜੀ, ਹੁਣ ਕੋਈ ਹੋਰ ਮਿੱਤਰ ਪਿਆਰਾ ਕੋਈ ਗੱਲ ਕਰਨਾ ਚਾਹੇ? ਮੈਂ ਅੱਛਾ ਕਰ ਲਓ ਜੀ ਹਾਂਜੀ ਹਾਂਜੀ go ahead ਨਹੀਂ ਨਹੀਂ ਤੁਸੀਂ ਕਰੋ, ਮੈਂ ਤਾਂ ਸਿਰਫ ਸੌਰੀ। ਹਾਂਜੀ ਮੈਨੂੰ ਇਜਾਜ਼ਤ ਹੈ ਜਨਾਬ। ਅੱਛਾ ਜੀ, ਮੈਂ ਉਸਮਾ ਜੀ ਦੀ ਗੱਲ ਦੇ ਨਾਲ ਥੋੜੀ ਜਿਹੀ ਗੱਲ ਕਰਾਂਗਾ ਕਿ ਉਸਮਾ ਜੀ ਨੇ ਕਿਹਾ ਕਿ ਉਹ 80s ਨੇ। ਮੈਂ ਦੇਖਣਾ ਪਿਆ ਵਾਂ ਕਿ ਜਿਨ੍ਹਾਂ ਦੇ ਪੇਰੈਂਟਸ ਨਹੀਂ ਰਹੇ, ਜਿਹੜੇ ਗਏ ਨੇ, ਉਹਨਾਂ ਦੇ ਜਿਹੜੇ ਬੱਚੇ ਨੇ, ਉਹਨਾਂ ਨੇ ਜਿਹੜੀਆਂ ਗੱਲਾਂ ਸੁਣੀਆਂ, ਉਹ ਕਹਿੰਦੇ ਤਰਸਦੇ ਨੇ, ਕਹਿੰਦੇ ਨੇ ਸਾਨੂੰ ਇੱਕ ਵਾਰੀ ਉੱਥੇ ਫੇਰਾ ਮਾਰਨ ਤੇ ਦਿਲ ਕਰਦਾ, ਸਾਨੂੰ ਕਿਸੇ ਨਾ ਕਿਸ ਤਰ੍ਹਾਂ ਉੱਥੇ ਲੈ ਚੱਲੋ। ਇੱਥੇ ਸਾਡੇ ਨਾਲ ਮਿਲਦੇ ਨੇ ਉਹ ਜਵਾਨ ਨੇ, ਉਹ ਕਹਿੰਦੇ ਨੇ ਸਾਨੂੰ ਲੈ ਚੱਲੋ, ਸਾਨੂੰ ਇੱਕ ਵਾਰੀ ਉਹ ਥਾਂ ਦਿਖਾਓ ਜਿਹਦੀ ਗੱਲ ਸਾਡਾ ਪਿਓ, ਸਾਡੀ ਮਾਂ, ਸਾਡੀ ਦਾਦੀ, ਸਾਡਾ ਵੱਡਾ ਭਰਾ ਕਰਦਾ ਸੀ। ਅਸੀਂ ਜਾਣਾ ਜੀ। ਇਹ ਤਾਂ ਜੋ ਸਾਹਿਬ ਫਿਰ ਹਿਊਮਨ ਟ੍ਰੈਜੇਡੀ ਹੁੰਦੀ ਹੈ ਨਾ, ਸਾਰੀ ਸਫਰਿੰਗ ਹੈ ਸਾਰੇ ਲੋਕਾਂ ਦੀ। ਔਰ ਜਿਹੜੀ ਸਬਸੀਕੁਐਂਟ ਪੋਲਿਟਿਕਸ ਜਿਹੜੀ ਬਾਅਦ ਵਿੱਚ ਪੋਸਟ ਪਾਰਟੀਸ਼ਨ ਵਿੱਚ ਬਾਅਦ ਜਿਹੜੀ ਮਤਲਬ ਡਿਵੈਲਪਮੈਂਟ ਹੋਈ ਹੈ ਦੋ ਮੁਲਕਾਂ ਦੀ, ਉਹਦੇ ਵਿੱਚ ਵੀ ਬੜੀ ਹੌਸਟਿਲਿਟੀ, ਔਰ ਬਜਾਏ ਦੇ ਕਿ ਕੋਈ ਥੋੜਾ ਸਾਰਾ ਬਾਰਡਰਸ ਖੁੱਲ ਜਾਂਦੇ, ਕੋਈ ਮਤਲਬ ਜ਼ਿਆਦਾ ਮਤਲਬ ਪੀਪਲ ਵਾਂਟ ਟੂ ਸੀ ਈਚ ਅਦਰ, ਆਪਣਾ ਕਲਚਰਲੀ ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਮੈਮਰੀਜ਼ ਨੇ, ਹੈਰੀਟੇਜ, ਬਹੁਤ ਸਾਰੀਆਂ ਚੀਜ਼ਾਂ ਨੇ। लेकिन वो सबसिक्वेंट डेवलपमेंट भी बड़ी डेंजरस और बड़ी हॉस्टाइल और बहुत ही यानी गलत हुई है ट्रेजेडी। वैसे है कि मैं दसा कि ये जावेद बूटे ने ते क्या ना जिन्ना दे मां प्यो उत्थे सन ते मेरे जेड़े मेरी फैमिली सी वो 1920 च गुरदासपुर तो आई सी, यानी पार्टीशन तो कोई 30 साल पहला। ਤੇ ਉਹ ਅਸੀਂ ਜੋ ਗੱਲਾਂ ਸੁਣਦੇ ਸਾਂ ਆਪਣੇ ਵੱਡਿਆਂ ਕੋਲੋਂ, ਤੇ ਮੈਂ ਫਿਰ ਗੁਰਦਾਸਪੁਰ ਗਿਆ ਔਰ ਉਸ ਪਿੰਡ ਵਿੱਚ ਗਿਆ ਜਿੱਥੋਂ ਉਹ ਆਏ ਸਨ। ਠੀਕ ਹੈ। ਤੇ ਉਹ ਮਤਲਬ ਖਿੱਚ ਤੇ ਇੰਜ ਹੁੰਦੀ ਹੈ ਵੈਸੇ। ਖਿੱਚ ਤੇ ਪੈਂਦੀ ਹੈ। ਜਦ ਕਿ ਤੁਸੀਂ ਤੇ ਆਪਣੀ ਮਰਜ਼ੀ ਨਾਲ ਆਏ ਸੋ, ਤੇ ਜਿਹੜੇ ਵਿਚਾਰੇ ਧੱਕੇ ਨਾਲ, ਅਸੀਂ ਤੇ ਆਪਣੀ ਮਰਜ਼ੀ ਨਾਲ ਆਏ ਸਾਂ ਨਾ, ਫਿਰ ਵੀ ਕੀ। ਵਾਹ ਸਰ ਜੀ, ਇਹ ਸਭ ਦੀ ਕਹਾਣੀ ਹੈ ਇਹ ਜਿਹੜੀ ਇਹਨਾਂ ਦੀ जी। शर्मा जी थोड़ी जी गल मैं करनी आर्टिकल बारे। नहीं जुबैर साहब एक तो है बड़ा मुख्तसर दे विच इन्हां ने जेह्ड़े आर्टिकल दी मैनूं सब तो अच्छी खूबी लगी है वो ऑब्जेक्टिवली लिखिया है। इन्हां ने बहुत ऑब्जेक्टिव बल्कि कोल्ड ब्लडेड होकर लिखिया है और ਉਹਦੇ ਵਿੱਚ बिल्कुल एक लाइन खिंच के ना 1 2 3 4 पूरी कंटिन्यूटी चाहे ना, और 4-5 सफियां दे विच पूरी कहानी ਜਿਹੜੀ है उन्होंने ਜਿਹੜੀ ਹੈ ਬਿਆਨ ਕਰਤੀ ਹੈ। ਆਖਰੀ ਜਿਹੜਾ ਉਹਨਾਂ ਨੇ ਕਨਕਲੂਜਨ ਲਿਖਿਆ ਹੈ ਕਿ ਅਗਰ 6 ਮਹੀਨੇ ਜਾਂ 8 ਮਹੀਨੇ ਹੋਰ ਇੰਤਜ਼ਾਰ ਕਰ ਲੈਂਦੇ, ਇਹ ਡੇਟ ਜਿਹੜੀ ਉਹਨਾਂ ਨੇ 30 ਜੂਨ ਦਿੱਤੀ ਹੈ, ਉਹਦੇ ਬਾਅਦ ਫਿਰ 14 ਅਗਸਤ ਆ ਗਏ, ਸ਼ਾਇਦ ਇੰਨਾ ਬਲੱਡ ਸ਼ੈਡ ਨਾ ਹੁੰਦਾ। ਮਤਲਬ ਉਹ ਕਾਲੀ ਜਿਹੜੀ ਪਾਈ ਹੈ ਉਹਨਾਂ ਨੇ, ਉਹ ਸਰਮਦ ਸਾਹਿਬ ਨੇ ਨਜ਼ਮ ਪੜ੍ਹੀ ਹੋਗੀ ਆਰਡਨ ਦੀ, ਜਿਹੜੀ ਉਹਨੇ ਜਿਹਨੇ ਡਿਊਰਿੰਗ ਲਾਈਨ ਉਹ ਸਾਰੀ ਜਿਹੜੀ ਸਰ ਰੈਡ ਕਲਫ ਨੇ ਜਿਹੜੀ ਸਾਰੀ ਲਾਈਨ ਖਿੱਚੀ ਸੀ, WH ਆਰਡਨ ਦੀ ਇੱਕ ਨਜ਼ਮ ਹੈ, ਉਹ ਆਇਆ, ਉਹਨੇ ਲਾਈਨ ਖਿੱਚੀ, ਇੰਜ ਕੀਤਾ 1 ਮਹੀਨੇ ਦੇ ਅੰਦਰ ਚਲਾ ਗਿਆ, ਵਾਪਸ ਚਲਾ ਗਿਆ। ਤੇ ਇਹਨਾਂ ਨੂੰ ਵਾਲੀ ਕਾਲ ਜਿਹੜੀ ਸੀ, ਕੀ ਕਾਲ ਪਈ ਸੀ ਇਹਨਾਂ ਨੂੰ, ਜਿਹੜਾ 100 ਸਾਲ 300 ਸਾਲ ਤੇ ਬੈਠੇ ਰਹੇ। ਇਹ ਜਿਹੜਾ ਸਾਰੀਆਂ ਅੱਛੀ ਬੜਾ ਮੈਨੂੰ ਬੜਾ ਇਸ ਹਵਾਲੇ ਨਾਲ ਇੱਕ ਕਨਕਲੂਡਿੰਗ ਜਿਹੜਾ ਉਹਨਾਂ ਨੇ ਬਣਾਇਆ ਸੀਕੁਐਂਸ ਬਹੁਤ ਅੱਛਾ, ਬੜਾ ਆਬਜੈਕਟਿਵਲੀ ਔਰ ਕਿਸੇ, ਕਿਉਂਕਿ ਸਾਡੇ ਜਿਹੜਾ ਜੋ ਵੀ ਲਿਖਿਆ ਜਾਂਦਾ ਨਾ, ਜਾਂ ਤੇ ਅਸੀਂ ਨਹਿਰੂ ਦੇ ਨਾਲ ਚਿਮੜ ਜਾਂਦੇ ਹਾਂ ਜਾਂ ਫਿਰ ਅਸੀਂ ਕਾਇਦ ਆਜ਼ਮ ਦੇ ਨਾਲ। ਉਹ ਚੀਜ਼ਾਂ ਹੈ ਕਿਵੇਂ ਸਨ, ਚੀਜ਼ਾਂ ਕਿਵੇਂ ਹੋ ਕਿਵੇਂ ਰਹੀਆਂ ਸੀ, ਉਹ ਜਿਹੜੀ ਤਾਰੀਖ ਹੈਗੀ ਹੈ ਉਹ ਤੇ ਸਾਰੀ ਸਟਰਕਚਰਡ ਹੈਗੀ। ਖਾਸ ਤੌਰ ਤੇ ਜਿਹੜੀ ਸਾਡੇ, ਅਸੀਂ ਤੇ ਪਾਰਟੀਸ਼ਨ ਦੀ ਗੱਲ ਕਰਦੇ ਹੀ ਨਹੀਂ ਨਾ ਪਾਕਿਸਤਾਨ ਦੇ ਵਿੱਚ, ਕਿਉਂਕਿ ਅਸੀਂ ਵੱਖ ਹੋਏ ਹਾਂ, ਅਸੀਂ ਅਲੱਗਾ ਹੋਏ ਹਾਂ, ਅਸੀਂ ਤਾਂ ਉਹਨੂੰ ਜਸਟੀਫਾਈ ਕਰਨਾ। ਜਿਸ ਤਰ੍ਹਾਂ ਪਰਲੇ ਪੰਜਾਬ 'ਚ ਪਾਰਟੀਸ਼ਨ ਦੀ ਗੱਲ ਥੋੜੀ ਜਿਹੀ ਜ਼ਿਆਦਾ ਬਿਹਤਰ ਤਰੀਕੇ ਨਾਲ ਕੀਤੀ ਜਾਂਦੀ, ਔਰ ਉਹਨਾਂ ਨੇ ਲਿਖਿਆ ਵੀ ਜ਼ਿਆਦਾ ਹੈ ਇਹਦੇ ਤੇ। ਸਾਡੇ ਕੋਲ ਤੇ ਰਹਿ ਆ ਕੇ ਮੰਟੋ ਹੈ, ਫੈਜ਼ ਦੀ ਇੱਕ ਨਜ਼ਮ ਹੈ, ਤੇ ਉਹ
दो चार ਉਹਦੀਆਂ ਜਿਹੜੀ ਉਸਤਾਦ ਆਮਨ ਦੀਆਂ ਨਜ਼ਮਾਂ ਲਿਖਣ ਨਿਕਲ ਆਣਗੀਆਂ ਮਗਰ ਮੰਟੋ ਨਾ ਲਿਖਦਾ ਪਾਰਟੀਸ਼ਨ ਤੇ ਸਾਡਾ ਹਿੱਸਾ ਪੂਰਾ ਪੈਣਾ ਹੀ ਨਹੀਂ ਸੀ ਜਿਹੜਾ ਅਸੀਂ ਪਾਰਟੀਸ਼ਨ ਤੇ ਸਾਡਾ ਕੋਈ ਲਿਟਰੇਚਰ ਹੀ ਨਹੀਂ ਹੋਣਾ ਸੀ ਤੇ ਉਹ ਜਿਹੜੀ ਆਬਜੈਕਟਿਵਲੀ ਜਿਹੜੀ ਗੱਲ ਕਰਨ ਦੀ ਲੋੜ ਹੈ ਜਿਹਦੀ ਅੱਜ ਤੱਕ ਤੇ ਹੁੰਦੀ ਹੀ ਨਹੀਂ ਸਾਡੇ ਵਾਲੇ ਪਾਸੇ ਕਿ ਇਹ ਪਾਰਟੀਸ਼ਨ ਜਿਹੜੀ ਹੈ ਤੁਸੀਂ ਕੀਤੀ ਹੈ ਕਿਸ ਤਰ੍ਹਾਂ ਸਾਰਾ ਨੂੰ ਮੈਨੇਜ ਕੀਤਾ ਇਹਦੇ ਵਿੱਚ ਖਾਸ ਤੌਰ ਤੇ ਜਿਹੜਾ ਸਰ ਫਜ਼ਲੇ ਹੁਸੈਨ ਦੇ ਬਾਅਦ ਕਾਇਦ ਆਜ਼ਮ ਦਾ ਆਣਾ ਇਹ ਉਹ ਸਾਰੀ ਕੰਟਰੀ ਯੂਨੀਅਨਿਸਟ ਪਾਰਟੀ ਦੇ ਉੱਤੇ ਤੇ ਮੈਂ ਸਮਝਣਾ ਸਰਮਦ ਸਾਹਿਬ ਇੱਕ ਪੂਰੀ ਸਿਨੇਮਾਸਕੋਪ ਫਿਲਮ ਬਣ ਸਕਦੀ ਹੈ ਜਿਹੜਾ ਆਖਰੀ ਵਜ਼ੀਰ ਆਜ਼ਮ ਸੀ ਪੰਜਾਬ ਦਾ ਟਵਾਣਾ ਇਧਰ ਆਟਵਾਣਾ ਇਸ ਲੋਨਲੀਨੈਸ ਉਹਦੀ ਜਿਹੜੀ ਤਨਹਾਈ ਸੀ ਜਦੋਂ ਪਾਕਿਸਤਾਨ ਪੰਜਾਬ ਦੀ ਪਾਰਟੀਸ਼ਨ ਹੋ ਰਹੀ ਸੀ ਤੇ ਉਹ ਸਰ ਟਵਾਣਾ ਕੀ ਸੋਚ ਰਿਹਾ ਸੀ ਉਹਦੇ ਤੇ ਪੂਰੀ ਫਿਲਮ ਬਣਦੀ ਕੋਈ ਲਿਖੇ ਉਹ ਫਿਲਮ ਕੋਈ ਲਿਖੇ ਜਿਹੜਾ ਅੱਜ ਤੱਕ ਕਿਸੇ ਨੇ ਲਿਖੀ ਨਹੀਂ ਸਰਮਦ ਜੀ ਲਿਖਣਗੇ ਸਰਮਦ ਜੀ ਲਿਖਣਗੇ ਲੋ ਸਰਮਦ ਸਾਹਿਬ ਲਿਖ ਸਕਦੇ ਜ਼ਬੈਰ ਬੈਠਾ ਹੈ ਹੋਰ ਅੱਛਾ ਤੁਸੀਂ ਜ਼ਰਾ ਮਜ਼ਮੂਨ ਤੇ ਹੀ ਰਹੋ ਜਨਾਬ ਅੱਛਾ ਅਮਰਜੀਤ ਤਰਾ ਨੇ ਕੀਤਾ ਸੀ ਮੈਂ ਉਹਨਾਂ ਦੀ ਗੱਲ ਕੱਟ ਦਿੱਤੀ ਸੀ ਤੁਸੀਂ ਆਪਣਾ ਸਰਮਦ ਸਾਹਿਬ ਉਹਨਾਂ ਨੂੰ ਪਲੀਜ਼ ਤੁਸੀਂ ਗੁਫ਼ਤਗੂ ਕਰੋ ਜੀ ਅਮਰਜੀਤ ਸਾਹਿਬ ਹਾਂਜੀ ਹਾਂਜੀ ਮੈਂ ਇਹ ਕਹਿਣ ਲੱਗੀ ਸੀਗੀ ਕਿ ਸਭ ਤੋਂ ਜ਼ਿਆਦਾ ਲੀਡਰਾਂ ਦਾ ਕਸੂਰ ਹੁੰਦਾ ਹੈ ਕਿਉਂਕਿ ਆਮ ਜਨਤਾ ਦੇ ਪਹਿਲਾਂ ਵੀ ਠੀਕ ਵਸਦੇ ਸੀਗੇ ਹੁਣ ਵੀ ਜਦੋਂ ਜਾਂਦੇ ਆ ਮੇਰੇ ਮਦਰ ਆਪਣੇ ਪਿੰਡ ਜਦੋਂ ਗਏ ਨੇ ਪਾਕਿਸਤਾਨ ਦੇ ਵਿੱਚ ਜਿੰਨਾ ਪਿਆਰ ਮਿਲਦਾ ਆ ਮੇਰੀ ਸਿਸਟਰ ਵੀ ਜਾ ਕੇ ਆਈ ਆ ਮੇਰਾ ਵੀ ਜੀ ਕਰਦਾ ਜਿੱਥੇ ਸਾਡੇ ਵੱਡੇ ਵਡੇਰੇ ਮੇਰੇ ਪਿਤਾ ਜੀ ਲਾਇਲਪੁਰ ਖਾਲਸਾ ਕਾਲਜ ਦੇ ਵਿੱਚੋਂ ਪੜ੍ਹੇ ਹੋਏ ਨੇ ਜਿਹੜਾ ਕਿ ਆਈ ਥਿੰਕ ਨਾਓ ਇਟਸ ਡਿਫਰੈਂਟ ਆਈ ਥਿੰਕ ਇਟਸ ਨਾਓ ਗਵਰਨਮੈਂਟ ਕਾਲਜ ਸਮਥਿੰਗ ਤੇ ਪਰ ਉਸ ਪਾਰਟੀਸ਼ਨ ਬਾਰੇ ਕੋਈ ਗੱਲ ਨਹੀਂ ਸੀ ਕਰਦੇ ਤੇ ਹੁਣ ਜਿਹੜੀ ਹੁਣ ਆਪਾਂ ਜਿਹੜੀ ਗੱਲ ਹੋ ਰਹੀ ਹੈ ਕਿ ਉਹ ਜਿਹੜਾ ਸਿਰਲ ਸੀਗਾ ਉਹਨੇ he had never visited India ਉਹਨੂੰ ਕੁਝ ਨਹੀਂ ਪਤਾ ਹੈਗਾ ਕੀ ਚੱਲ ਰਿਹਾ ਉਹਨੇ ਨਕਸ਼ਾ ਨੂੰ ਫੜਾ ਦਿੱਤਾ ਤੇ ਉਹਨੇ ਉਹਦੇ ਉੱਤੇ ਲਕੀਰ ਵਾਹ ਦਿੱਤੀ ਵਿਦਆਊਟ ਮਤਲਬ ਕਿ ਕੰਸਲਟਿੰਗ ਵਿਦ ਐਨੀਵਨ ਤੇ ਉਹ ਛੇਤੀ ਕਿਉਂ ਚਲੇ ਗਏ ਇੱਕ ਤਾਂ because of the second world war they were bankrupt ਇੰਗਲੈਂਡ ਬੈਂਕਰਪਟ ਹੋ ਚੁੱਕਿਆ ਸੀਗਾ ਉਹਨਾਂ ਕੋਲ ਤੇ ਤਨਖਾਹਾਂ ਦੇਣ ਨੂੰ ਵੀ ਪੈਸੇ ਨਹੀਂ ਸੀ ਹੈਗੇ ਅਮਰੀਕਾ ਕੋਲ ਉਹਨਾਂ ਨੇ ਪੈਸੇ ਲਏ ਸੀਗੇ ਔਰ ਉਹਨਾਂ ਨੂੰ ਇਸ ਕਰਕੇ ਵੀ ਉਹਨਾਂ ਨੂੰ ਕਾਹਲੀ ਸੀਗੀ ਜਾਣ ਦੀ ਹੁਣ ਐਗਜ਼ਾਮਪਲ ਜਿਹੜਾ ਤਕੜਾ ਹੈ ਉਹ ਜਦੋਂ ਮਰਜ਼ੀ ਆ ਜਾਂਦਾ ਜਦੋਂ ਮਰਜ਼ੀ ਚਲਿਆ ਜਾਂਦਾ ਹੁਣ ਅਮਰੀਕਾ ਨੇ ਅਫਗਾਨਿਸਤਾਨ ਦੇ ਵਿੱਚ ਕੀ ਕੀਤਾ ਇੱਕਦਮ ਕਿੰਨਾ ਜ਼ਿਆਦਾ ਮਤਲਬ ਕਿ ਕੋਈ ਪਲਾਨ ਨਹੀਂ ਕੀਤਾ ਇਸੇ ਤਰ੍ਹਾਂ ਹੀ ਉਸ ਟਾਈਮ ਤੇ ਉਹਨਾਂ ਨੇ ਕੋਈ ਪਲਾਨ ਨਹੀਂ ਕੀਤਾ ਪਰ ਉਹਦੇ ਵਿੱਚ ਕਸੂਰ ਜਿਹੜੇ ਵੱਡੇ ਲੀਡਰ ਸੀਗੇ ਨਹਿਰੂ ਜਿਨਾ ਗਾਂਧੀ they should have done something ਜਿਹੜਾ ਕਿ ਉਹਨਾਂ ਨੇ ਨਹੀਂ ਕੀਤਾ they were just power grabbing people right so ਬਿਲਕੁਲ ਸਹੀ ਬਹੁਤ ਸਹੀ ਤੁਸੀਂ ਐਨਾਲਿਸਿਸ ਕੀਤਾ ਕਿ ਜਿਹੜੀ ਪਾਵਰ ਪੋਲਿਟਿਕਸ ਹੈ ਉਹ ਉਹਦੇ ਤੇ ਹੀ ਸਾਰਾ ਕੁਝ ਲੋਕਾਂ ਦੀਆਂ ਜ਼ਿੰਦਗੀਆਂ ਔਰ ਲੋਕਾਂ ਦੀਆਂ ਡੈਸਟੀਨੀਆਂ ਜਿਹੜੀਆਂ ਨੇ ਉਹ ਉਹਦੇ ਤੇ ਹੁੰਦੀਆਂ ਨੇ ਸਮੀਨਾ ਜੀ ਮੈਂ ਗੱਲ ਕਰਾਂ ਥੋੜੀ ਜੀ ਅਮਰਜੀਤ ਜੀ ਸਾਰੇ ਜਦੋਂ ਨੱਠਦੇ ਨੇ ਨਾ ਭਾਵੇਂ ਅਫਗਾਨਿਸਤਾਨ ਹੋਵੇ ਭਾਵੇਂ ਇੰਡੀਆ ਹੋਵੇ ਤੇ ਭਾਵੇਂ ਵੀਅਤਨਾਮ ਹੋ ਜਾਏ ਜਦੋਂ ਨੱਠਦੇ ਨੇ ਇੱਕੋ ਜਿਹੇ ਲੱਗਦੇ ਨੇ ਹਰ ਦਫਾ ਇੱਕੋ ਹੀ ਦਫਾ ਉਹੋ ਜਿਹੀ ਕੋਈ ਸੀਨ ਰਿਪੀਟ ਹੋ ਰਿਹਾ ਹੁੰਦਾ ਹੈ ਹੀ ਸਿਸੀਫਸ ਦਾ ਕੋਈ ਸੀਨ ਵੇਖ ਰਹੇ ਆ ਅਸਲ में सारे एक है ना मतलब ਹਾਂਜੀ ਬੀਬਾ ਜੀ ਤੁਸੀਂ ਕੀ ਗੱਲ ਕਰਨਾ ਤੇ ਹਾਂਜੀ ਸਭ ਤੋਂ ਪਹਿਲਾਂ ਤੇ ਸਫੀਰ ਸਰ ਨੂੰ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਸਾਡੇ ਵਾਸਤੇ ਹਿਸਟਰੀ ਦੇ ਬਹੁਤ ਹੀ ਫਿਲ ਇਨ ਦ ਬਲੈਂਕਸ ਕੀਤੇ ਨੇ ਹਮੇਸ਼ਾ ਹੀ ਮਹਿਸੂਸ ਹੁੰਦਾ ਸੀ ਕਿ ਯਕਦਮ ਇੱਕ ਦੂਜੇ ਦੇ ਕਿੱਦਾਂ ਕੋਈ ਦੁਸ਼ਮਣ ਬਣ ਸਕਦਾ ਹੈ ਤੇ ਇਹਨਾਂ ਨੇ ਜਿਹੜੇ ਇਨਸੀਡੈਂਟਸ ਲੀਡਿੰਗ ਅਪ ਟੂ ਦੈਟ ਉਹ ਨਹੀਂ ਸੀ ਪਤਾ ਬਹੁਤ ਜ਼ਿਆਦਾ ਸ਼ੁਕਰੀਆ ਇਹਨਾਂ ਦਾ ਸੈਕੰਡਲੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਜਿੱਦਾਂ ਕਿ ਅਮਰਜੀਤ ਜੀ ਨੇ ਪੰਨੂ ਜੀ ਨੇ ਵੀ ਦੱਸਿਆ ਕਿ ਵੀ ਇਹਨਾਂ ਦੀ ਵੀ ਸਾਰੀ ਫੈਮਿਲੀ ਜਿਹੜੀ ਸੀ ਉਹ ਪਾਕਿਸਤਾਨ ਤੋਂ ਹੀ ਆਈ ਸੀ ਸਾਡੇ ਵੀ ਮੇਰੇ ਵੀ ਦਾਦਕੇ ਨਾਨਕੇ ਸਾਰੇ ਪਾਕਿਸਤਾਨ ਤੋਂ ਹੀ ਆਏ ਨੇ ਮੈਂ ਤੁਹਾਨੂੰ ਇੱਕ ਬੜੀ ਗੱਲ ਦੱਸਦੀ ਹਾਂ ਕਿ ਜਦ ਵੀ ਸਾਡੇ ਵਡੇਰੇ ਉੱਥੋਂ ਦੀ ਗੱਲ ਕਰਦੇ ਸੀ ਕਦੇ ਵੀ ਉਹਨਾਂ ਦੇ ਮੂੰਹ ਤੋਂ ਕਿਸੇ ਵੀ ਉੱਥੇ ਦੇ ਮੁਸਲਮਾਨ ਪਾਕਿਸਤਾਨੀ ਭਰਾਵਾਂ ਜਾਂ ਭੈਣਾਂ ਦੇ ਬਾਰੇ ਕਦੇ ਵੀ ਮੈਂ ਜ਼ਿੰਦਗੀ 'ਚ ਇੱਕ ਵੀ ਨੈਗੇਟਿਵ ਗੱਲ ਨਹੀਂ ਹਮੇਸ਼ਾ ਆਲਵੇਜ਼ ਪੋਜ਼ਿਟਿਵ ਹੁੰਦਾ ਸੀ ਕਿ ਬਹੁਤ ਚੰਗੇ ਸੀ ਬੜੇ ਅੱਛੇ ਸੀ ਉਹਨਾਂ ਕਰਕੇ ਅਸੀਂ ਇੱਥੇ ਆ ਗਏ ਉਹਨਾਂ ਨੇ ਮਦਦ ਕੀਤੀ
ਮੈਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਮੇਰਾ ਸਾਰੀ ਫੈਮਿਲੀ ਜਸਟ ਲਾਈਕ ਆਈ ਸੈਡ ਉੱਥੋਂ ਦੀ ਆਏ ਹੋਏ ਨੇ, ਨਾ ਦਾਦਕੇ ਟੱਬਰ ਚੋਂ ਨਾ ਨਾਨਕੇ ਟੱਬਰ ਚੋਂ। ਅੱਜ ਤੱਕ ਜ਼ਿੰਦਗੀ ਦੇ ਵਿੱਚ ਉਹ ਬੜੇ ਅੱਛੇ ਸਨ, ਉਹ ਬੜਾ ਅੱਛੇ ਦਿਨ ਸਨ। ਅੱਜ ਤੱਕ ਮੈਂ ਜ਼ਿੰਦਗੀ ਦੀ ਨੈਗੇਟਿਵ ਗੱਲ ਨਹੀਂ ਸੋਚੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦੀ ਹਾਂ, ਮੇਰੇ ਖਿਆਲ ਤੇ ਜੈਨੇਟਿਕ ਹੀ ਹੁੰਦੇ ਤੁਹਾਡੇ ਪਿਆਰ। ਇੱਥੇ ਸਾਡੇ ਤੁਹਾਨੂੰ ਦੱਸਿਆ 40,000 ਲੋਕਾਂ ਦੀ ਅਸੀਂ ਛੋਟੇ ਜਿਹੇ ਟਾਊਨ 'ਚ ਰਹਿੰਦੇ ਹਾਂ, ਉੱਥੇ ਇੱਕ ਫੈਮਿਲੀ ਹੈਗੀ ਹੈ ਜਿਹੜੇ ਸਰਗੋਦੇ ਦੇ, ਤੇ ਬਾਕੀ ਹੋਰ ਫੈਮਲੀਜ਼ ਨੇ ਇੱਥੇ ਜਿਹੜੀ ਕਿ ਕੋਈ ਸਾਊਥ ਇੰਡੀਆ ਤੋਂ ਨੇ, ਕੋਈ ਗੁਜਰਾਤ ਤੋਂ ਨੇ, ਕੋਈ ਕਿਤੇ ਵੀ ਨੇ। ਜਿਹੜੀ ਮੇਰੀ ਤੇ ਉਹ ਸਹੇਲੀ ਦੀ, ਮੇਰੀ ਸਹੇਲੀ ਭੈਣ ਕਹਿੰਦੀ ਉਹਨੂੰ ਮੈਂ, ਉਹਦਾ ਜਿਹੜਾ ਮੇਰਾ ਇੱਕ ਸਾਥ ਹੈਗਾ, ਇੱਕ ਪਿਆਰ ਹੈਗਾ, ਅਸੀਂ ਦੋਨੋਂ ਜਦ ਵੀ ਮਿਲਦੇ ਆ ਦੇਰ ਇਜ਼ ਏ ਕਨੈਕਸ਼ਨ ਜਿਹਦਾ ਕੋਈ ਡਿਸਕ੍ਰਿਪਸ਼ਨ ਨਹੀਂ ਹੈਗੀ। ਉਹਦੇ ਜਦ ਮਦਰ ਆਉਂਦੇ ਸੀ ਇੱਥੇ, ਉਹ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਸੀ। ਜਦ ਮੇਰੇ ਮਦਰ ਇੱਥੇ ਆਉਂਦੇ ਸੀ, ਉਹ ਉਹਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਸੀ, ਉਹਦੇ ਹੱਥ ਫੜ ਕੇ ਬੈਠੇ ਰਹਿੰਦੇ ਸੀ। ਮੈਨੂੰ ਗੱਲ ਕਰਦੀ ਨੂੰ ਹੁਣ ਰੋਣਾ ਆ ਰਿਹਾ ਕਿ ਵੀ ਇਟ ਵਾਜ਼ ਸੱਚ ਅ ਕਨੈਕਸ਼ਨ। ਸੋ ਇਹ ਜਿਹੜੇ ਸਾਰੀਆਂ ਗੱਲਾਂ ਹੋਈਆਂ ਵਾਜ਼ ਆਲ ਬਿਕਾਜ਼ ਦ ਲੀਡਰ ਹੈਡ ਵਰ ਪਾਵਰ ਗ੍ਰੈਬਿੰਗ। ਉਹਨਾਂ ਦਾ ਫਾਇਦਾ ਸੀ ਕਿ ਪੰਜਾਬ ਇਕੱਠਾ ਨਾ ਰਹੇ। ਪੰਜਾਬ ਤੋਂ ਹੀ ਹਮੇਸ਼ਾ ਹਰ ਇੱਕ ਨੂੰ ਡਰ ਰਿਹਾ, ਕਿਉਂਕਿ ਅਸੀਂ ਬੜੇ ਪਿਆਰ ਕਰਨ ਵਾਲੇ ਇਮੋਸ਼ਨਲ ਇਨਸਾਨ ਨੇ। ਇਹਨਾਂ ਨੂੰ ਹਮੇਸ਼ਾ ਇਟ ਵਾਜ਼ ਇਨ देयर ਬੈਨੀਫਿਟ ਕਿ ਵੀ ਇਹ ਪੰਜਾਬ ਨੂੰ ਵੱਖਰਾ ਕਰਨਾ, ਹੋਰ ਕਿਤੇ ਵੱਖਰਾ ਕਰਨ ਦੀ ਉਹਨਾਂ ਨੇ ਨਹੀਂ ਸੋਚੀ। ਸੋ ਆਈ ਐਮ ਜਸਟ ਸ਼ੇਅਰਿੰਗ ਮਾਈ ਫੀਲਿੰਗਸ। ਬਿਲਕੁਲ ਬਿਲਕੁਲ ਸਹੀ ਕਿਹਾ ਬੀਬਾ ਜੀ। ਔਰ ਸੇਮ ਇਹੋ ਹੀ ਸਿਚੁਏਸ਼ਨ, ਸੇਮ ਇਹੋ ਹੀ ਗੱਲਾਂ ਮੇਰੇ ਵਾਲਦ ਕਰਦੇ ਸੀ, ਮੇਰੇ ਮਾਪੇ ਕਰਦੇ ਸੀ। ਬਟਾਲੇ ਤੋਂ ਆਏ ਸੀ ਤੇ ਉਹ ਵਿਚਾਰੇ ਤਰਸਦੇ ਹੀ ਮਰ ਗਏ, ਬਸ ਖਤਮ ਹੋ ਗਏ, ਨਹੀਂ ਜਾ ਸਕੇ। ਇਹੋ ਹੀ ਗੱਲਾਂ ਉਹ ਕਰਦੇ ਸੀ ਜੋ ਬੀਬਾ ਜੀ ਨੇ ਕਿਹਾ। ਉਹ ਬੜੇ ਚੰਗੇ ਸੀ, ਕੋਈ ਉਹਨਾਂ ਨੇ ਅੱਜ ਤੱਕ ਕੋਈ ਬੁਰਾਈ ਨਹੀਂ ਸੀ ਕੀਤੀ, ਕਿ ਉਹ ਸੁਸਾਇਟੀ ਜਿਹੜੀ ਸੀ ਉਹਦੇ 'ਚ ਸਾਰੇ ਰਹਿੰਦੇ ਸੀ ਤੇ ਪਿਆਰ ਮੁਹੱਬਤ ਨਾਲ ਰਹਿੰਦੇ ਸੀ। ਕਦੀ ਉਹਨਾਂ ਨੇ ਬੁਰਾਈ ਨਹੀਂ ਸੀ ਕੀਤੀ ਕਿ ਉਹ ਫਲਾਣਾ ਬੁਰਾ ਸੀ, ਸਾਰੇ ਆਸ-ਪਾਸ ਇਕੱਠੇ ਹੀ ਰਹਿੰਦੇ ਸੀ। ਤੇ ਬਿਲਕੁਲ ਜਿਹੜੀ ਕਿਲਿੰਗ ਵਗੈਰਾ ਹੋਈ ਸੀ, ਉਹ ਤਾਂ ਜਿਸ ਤਰ੍ਹਾਂ ਮੌਬ ਬਣ ਜਾਂਦੇ ਆ ਨਾ, ਜਿਹੜੇ ਇਕੱਠੇ ਰਹਿੰਦੇ ਸੀਗੇ ਉਹਨਾਂ ਨੇ ਤੇ ਇੱਕ ਦੂਜੇ ਨੂੰ ਨਹੀਂ ਮਾਰਿਆ, ਪਰ ਜਿਹੜੇ ਮੌਬ ਬਣ ਗਏ, ਮੌਬ ਮੈਂਟੈਲਿਟੀ ਦੇ ਵਿੱਚ ਕੋਈ ਕਿਸੇ ਦੇ ਨਾਲ ਕੋਈ ਹਮਦਰਦੀ ਨਹੀਂ ਰਹਿ ਜਾਂਦੀ। ਦੇ ਡੋਂਟ ਥਿੰਕ ਵਾਟ ਦੇ ਆਰ ਡੂਇੰਗ ਐਟ ਦ ਟਾਈਮ। ਤੇ ਦੋਨਾਂ ਪਾਸਿਆਂ ਤੋਂ ਇਸ ਤਰ੍ਹਾਂ ਹੋਇਆ। ਪੋਲੀਟੀਕਲੀ ਐਜੀਟੇਟਡ ਸੀ ਨਾ, ਫਾਰਮ ਕੀਤਾ ਪੋਲੀਟੀਕਲੀ। ਲੋ ਜੀ, ਫਿਰ ਬਹੁਤ ਮਜ਼ਾ ਆਇਆ ਅੱਜ ਦੀ ਗੁਫ਼ਤਗੂ ਦਾ, ਤੇ ਮੇਰਾ ਖਿਆਲ ਹੈ ਅਗਰ ਇਜਾਜ਼ਤ ਦਿਓ ਤੇ ਅਗਰ ਕਿਸੇ ਕੋਲ ਗੱਲ ਨਾ ਕਰਨੀ ਹੋ ਤੇ ਇਜਾਜ਼ਤ ਦਿੱਤੀ ਜਾਏ।